ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਸੋ ਜਿਵੇਂ ਕਿ ਅਸੀਂ 11ਵੀਂ ਜਮਾਤ ਦੀ ਮੈਥਮੈਟਿਕਸ ਵਿਸ਼ੇ ਦੀ ਜਿਹੜੀ ਬੁੱਕ ਵਾ NCERT ਉਹ ਅਸੀਂ ਸੋਲਵ ਕਰਨੀ ਸਟਾਰਟ ਕੀਤੀ ਸੀਗੀ। ਉਸ ਦੇ ਵਿੱਚ ਅਸੀਂ ਸੈਟਸ ਬਾਰੇ ਜਿਹੜਾ ਪਹਿਲਾ ਚੈਪਟਰ ਸੀਗਾ ਉਹਦੇ ਵਿੱਚ ਅਸੀਂ ਉਹਦੀ ਡੈਫੀਨੇਸ਼ਨ ਪੜ੍ਹੀ, ਉਹਦੀ ਫਸਟ ਐਕਸਰਸਾਈਜ਼ ਕੰਪਲੀਟ ਕੀਤੀ ਸੀ। ਸੋ ਹੁਣ ਅਸੀਂ ਨੈਕਸਟ ਐਕਸਰਸਾਈਜ਼ 1.2 ਜਿਹੜੀ ਆ ਉਹ ਸਟਾਰਟ ਕਰਾਂਗੇ। ਇਸ ਐਕਸਰਸਾਈਜ਼ ਤੋਂ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੁਝ ਟਾਈਪਸ ਆਫ ਸੈਟਸ ਜਿਹੜਾ ਵਾ ਉਹ ਪੜਾਂਗੇ, ਕਿਉਂਕਿ ਜਿਹੜੀ ਇਹ ਐਕਸਰਸਾਈਜ਼ ਹੈ ਇਹ ਟੋਟਲੀ ਉਸ ਟਾਈਪਸ ਤੇ ਡਿਪੈਂਡੈਂਟ ਹੈ ਜਾਂ ਉਹਨਾਂ ਨਾਲ ਰਿਲੇਟਡ ਹੈ। ਸੋ ਸਭ ਤੋਂ ਪਹਿਲੀ ਟਾਈਪ ਸਾਡੇ ਕੋਲ ਆ ਰਹੀ ਹੈ, ਜਿਵੇਂ ਕਿ ਅਸੀਂ ਸਟਾਰਟ ਕਰਦੇ ਹਾਂ ਟਾਈਪਸ ਆਫ ਸੈਟਸ। ਸੋ ਪਹਿਲਾ ਸੈੱਟ ਜਿਹੜਾ ਸਾਡੇ ਕੋਲ ਜਿਹੜੀ ਪਹਿਲੀ ਟਾਈਪ ਹੈ ਉਹ ਆ ਰਹੀ ਹੈ ਫਾਈਨਾਈਟ ਸੈੱਟ। ਸੋ ਫਾਈਨਾਈਟ ਸੈੱਟ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਨੰਬਰ ਆਫ ਐਲੀਮੈਂਟਸ ਜਿਹੜੇ ਆ ਜਾਂ ਉਹਦੇ ਵਿੱਚ ਜਿੰਨੇ ਵੀ ਐਲੀਮੈਂਟ ਵਾ ਉਹ ਅਸੀਂ ਗਿਣ ਸਕੀਏ। ਜੇ ਸਿੰਪਲ ਭਾਸ਼ਾ 'ਚ ਕਹੀਏ ਸੋ ਮੈਂ ਲਿਖੂੰਗਾ ਅ ਸੈਟ ਇਜ਼ said to be finite set if it has finite elements, finite number of elements। ਸੋ ਫਾਈਨਾਈਟ ਦਾ ਮਤਲਬ ਮੈਂ ਸਮਝਾਉਣਾ, ਫਾਈਨਾਈਟ ਦਾ ਮਤਲਬ ਹੁੰਦਾ ਗਿਣੇ ਜਾ ਸਕਣ। ਜਿਵੇਂ ਮੈਂ ਇੱਕ ਐਗਜ਼ਾਮਪਲ ਲੈਣਾ ਵਾ, ਇੱਥੇ ਐਗਜ਼ਾਮਪਲ ਕਿਸੇ ਸੈੱਟ ਦੀ ਲੈਣਾ। ਸਪੋਜ਼ ਕਰੋ ਮੈਂ ਇੱਕ A ਸੈੱਟ ਲੈ ਲੈਣਾ ਵਾ। ਸੋ ਉਹਦੇ ਵਿੱਚ ਮੈਂ ਐਲੀਮੈਂਟ ਲੈ ਲੈਣਾ 1 2 3 7 9 15। ਸੋ ਇਹਦੇ ਵਿੱਚ ਕਿੰਨੇ ਐਲੀਮੈਂਟ ਆ? 1 2 3 4 5 6। ਸੋ ਇਹ 6 ਐਲੀਮੈਂਟ ਵਾ। ਸੋ ਇਹ ਗਿਣੇ ਜਾ ਸਕੇ ਆ। ਮੈਂ ਗਿਣ ਲਿਆ ਕਿ ਇਹਦੇ ਵਿੱਚ 6 ਹੀ ਐਲੀਮੈਂਟ ਵਾ, ਜਿਹੜੇ ਇਹਦੇ ਮੈਂਬਰ ਵਾ ਉਹ 6 ਹੀ ਆ। ਇਸ ਕਰਕੇ ਅਸੀਂ ਕਵਾਂਗੇ A ਇਜ਼ ਫਾਈਨਾਈਟ ਸੈਟ। ਸਿਮਿਲਰਲੀ ਹੋਰ ਵੀ ਕਈ ਐਗਜ਼ਾਮਪਲਸ ਲੈ ਸਕਦੇ ਆ। ਜਿਵੇਂ ਅਸੀਂ ਮੰਨ ਲਓ ਸਪੋਜ਼ ਕਰੋ ਮੈਂ ਇਹ ਫਸਟ ਐਗਜ਼ਾਮਪਲ ਲੈ ਲੈਣਾ ਵਾ, ਸੈਕੰਡ ਐਗਜ਼ਾਮਪਲ ਦੀ ਮੈਂ ਗੱਲ ਕਰ ਲੈਣਾ। ਸੈਕੰਡ ਐਗਜ਼ਾਮਪਲ ਜੇ ਆਪਾਂ ਲਈਏ, ਜੇ ਤੁਹਾਨੂੰ ਯਾਦ ਹੋਵੇ ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਦੋ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਸੈੱਟ ਦੀ ਕੀਤੀ ਸੀ। ਇੱਕ ਸੀਗੀ ਸੈੱਟ ਬਿਲਡਰ ਫਾਰਮ, ਇੱਕ ਸੀਗੀ ਇਹ ਸੀਗੀ ਰੋਸਟਰ ਫਾਰਮ। ਇਹ ਮੈਂ ਰੋਸਟਰ ਫਾਰਮ ਦੇ ਵਿੱਚ ਲਿਖਿਆ ਵਾ। ਦੋ ਤਰ੍ਹਾਂ ਦੀਆਂ ਫਾਰਮਸ ਹੁੰਦੀਆਂ ਸੀ, ਇੱਕ ਰੋਸਟਰ ਫਾਰਮ ਤੇ ਇੱਕ ਸੈੱਟ ਬਿਲਡਰ ਫਾਰਮ। ਜੇ ਤੁਹਾਨੂੰ ਯਾਦ ਹੋਵੇ, ਜੇ ਨਹੀਂ ਯਾਦ ਤਾਂ ਦੁਬਾਰਾ ਵੀਡੀਓਜ਼ ਦੇਖ ਕੇ ਮੈਂ ਇਹਦਾ ਲਿੰਕ ਜਿਹੜਾ ਵਾ ਇਸ ਤੋਂ ਬਾਅਦ 'ਚ ਦੇ ਦੂੰਗਾ, ਉਹਨੂੰ ਦੇਖ ਕੇ ਤੁਸੀਂ ਫਿਰ ਦੁਬਾਰਾ ਜਿਹੜਾ ਉਹ ਰਿਵਾਈਜ਼ ਕਰ ਸਕਦੇ ਆ। ਸੋ ਜਿਵੇਂ ਮੈਂ ਮੰਨ ਲਓ ਸਪੋਜ਼ ਕਰਦਾ ਵਾਂ ਇੱਕ ਸੈੱਟ ਲੈ ਲੈਣਾ C, ਤੇ ਮੈਂ ਕਹਿ ਦਿੰਦਾ ਵਾਂ ਕਿ ਐਕਸ ਵਾਈ ਦੇ ਵਿੱਚ ਤੇ x ਇਜ਼ ਏ ਡੇਜ਼ ਆਫ ਵੀਕ, x ਇਜ਼ ਏ ਡੇਜ਼ ਆਫ। ਤੇ ਡੇਜ਼ ਆਫ ਵੀਕ ਤੁਹਾਨੂੰ ਪਤਾ ਵਾ, ਜੇ ਮੈਂ ਗੱਲ ਕਰਾਂ ਡੇਜ਼ ਆਫ ਵੀਕ ਦੇ ਵਿੱਚ ਸੰਡੇ ਆਉਂਦਾ ਵਾ, ਮੰਡੇ ਮੈਂ ਸਿੰਪਲ 3 ਅੱਖਰ ਲਿਖ ਦਿੰਦਾ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ ਐਂਡ ਸੈਟਰਡੇ। ਸੋ ਇਹਦਾ ਮਤਲਬ ਇਹਦੇ ਵਿੱਚ ਕਿੰਨੇ ਡਿਜਿਟਸ ਆ ਰਹੇ ਆ, ਮਤਲਬ ਕਿੰਨੇ ਮੈਂਬਰ ਆ ਰਹੇ ਆ? 1 2 3 4 5 6 7। ਸੋ 7 ਆ ਰਹੇ ਆ, ਕਾਊਂਟ ਹੋ ਗਏ। ਫਾਈਨਾਈਟ ਮਤਲਬ ਕਾਊਂਟ ਹੋ ਜਾਣ। ਜਦੋਂ ਕਾਊਂਟ ਹੋ ਜਾਣ ਇਟ ਮੀਨਸ ਉਹ ਫਾਈਨਾਈਟ ਆ। ਸੋ ਅਸੀਂ ਕਹਿ ਸਕਦੇ ਹਾਂ C ਇਜ਼ ਆਲਸੋ ਫਾਈਨਾਈਟ ਸੈਟ। C ਇਜ਼ ਅ ਫਾਈਨਾਈਟ ਸੈਟ। ਸੋ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਫਾਈਨਾਈਟ ਨਹੀਂ ਹੋਣਗੇ। ਦੂਜੀ ਟਾਈਪ ਆ ਸਾਡੇ ਕੋਲ ਇਨਫਾਈਨਾਈਟ ਸੈਟ। ਓਪੋਜ਼ਿਟ ਵਰਡ ਅਸੀਂ ਇੰਗਲਿਸ਼ ਕਰਦੇ ਹਾਂ। ਜੇ ਇਨ ਸਮਟਾਈਮ ਕੁਝ ਅੱਖਰਾਂ ਦੇ ਮੂਹਰੇ ਇਨ ਲਾ ਦਈਏ ਤਾਂ ਉਹ ਉਹਦਾ ਓਪੋਜ਼ਿਟ ਵਰਡ ਬਣ ਜਾਂਦਾ ਵਾ। ਸੋ ਇਨਫਾਈਨਾਈਟ ਸੈਟ। ਸੋ ਇਨਫਾਈਨਾਈਟ ਸੈਟ ਕਿਹੜੇ ਆ? ਜਿਨ੍ਹਾਂ ਦੇ ਐਲੀਮੈਂਟਸ ਗਿਣੇ ਨਾ ਜਾ ਸਕਣ। ਅ ਸੈਟ ਇਜ਼ said to be infinite set if
इफ वी कैन नॉट, या तो सिंपल भाषा च सीधा लिख सकते हैं, इफ वी कैन नॉट काउंट नंबर ऑफ एलिमेंट्स। ठीक है, इफ वी कैन नॉट काउंट नंबर ऑफ एलिमेंट्स। सो ठीक है, बट टैक्नीकल डेफिनेशन च असी मैथमेटिकल कुछ वर्ड यूज करते हैं। सो मैं वही यूज करूंगा, मैं कहूँगा इफ सेट हैज इनफाइनाइट नंबर ऑफ एलिमेंट, इनफाइनाइट नंबर, नंबर एन और डॉट भी पा सकते हैं तुम। सो मैं इतने पूरा लिख देव नंबर ऑफ एलिमेंट्स। हम ये एग्जाम्पलों तो समझते हैं कि इनफाइनाइट सैट किहड़े होंगे। सो एग्जाम्पल ले लें असी, पहली एग्जाम्पल फस्ट एग्जाम्पल असी कोई एक ए सैट ले लें, जिमें कि मैं नैचुरल नंबर का सैट ले लेना, ए नूं भी छड्ड के नैचुरल नंबर बारे मैं पिछली वीडियो दस्सिया सी। गिणती वाले अखर साडे पंजाबी च जिहड़े पहला पढ़े आ, प्राकृतिक संख्यावां असीं पढ़ियां वा 1 2 3 4 5 6 7। सो ये चली जाने हैं, कभी खत्म नहीं होनी गिणती। सो इसका मतलब ये सानू पता ही नहीं किन्ने एलीमेंट, जिदा उपरले बने फाइनाइट साडे कोल 6 आ गए सी, 7 आ गए सी, 6 और 7 आ गए सी, बट ये साडे कोल काउंट ही नहीं हो रहे, असी काउंट नहीं कर सकते। सो असीं कहांगे एन इज इनफाइनाइट सैट। आई थिंक फंडा क्लीयर हो गया होगा। सैकेंड सम ते आऊँगा मैं। सो सैकेंड एग्जाम्पल, सॉरी कोई भी एग्जाम्पल तुसीं अपने कोलों भी बना सकते हैं। सो मैं कुछ एक ए सैट ले लेना वा, जिमें कि मैं लिख लेना 2 4 6 8 10 12। देखो मैं दो का फर्क ले रहा वा, 2 4 6 8 12 14 16। ये भी काउंटिंग जी है खत्म नहीं हो सकती। 1 2 1 2 3 4 5 6 7 8, मतलब बहुत सारे एलीमेंट्स आई जाने हैं। सो ये भी मैं काउंट नहीं कर सकता। वैसे तो थोड़ी नॉलेज लिए दस देवां, ये जोड़े नंबर होंगे ये ईवन नंबरस होंगे। ईवन नंबरस किहड़े होंगे जिहड़े सारे 2 ते डिवाइड हो जाण। ये सारे 2 ते डिवाइड करोगे, 2 1 या 2 तुहाडा 0 आ जाएगा, 4 नूं भी 2 ते डिवाइड करोगे, 2 2 या 4, जिहदे रिमाइंडर 0 आ जाए तो मतलब वो डिवाइड बाय 2 हो जाता वा। सो ये सारे नंबर 2 ते डिवाइड हो जाते। सो ये सारे ईवन नंबर आ। सो ये भी साडा एक इनफाइनाइट सैट आ, क्योंकि असीं इहदे विच एलीमेंट्स जिहड़े आ वो गिण नहीं सकते। सो असीं कहांगे ए इज इनफाइनाइट सैट। सो सिंपल, वेरी सिंपल। सो इनफाइनाइट ते फाइनाइट बारे साडे को दो टाइप के सैट सीगे। एक साडे को आउंदा वा सिंगलटन सैट। सिंगलटन, पहला सिंगल पैंदा वा, फिर TON टन पै जांदा वा। सिंगलटन सैट स्पैलिंग भी याद कर सकते हो तुसीं। सिंगलटन सैट वो हुंदा सिंगल तो। देखो सिंगल का मतलब हुंदा एक, ਇਹਦਾ मतलब जिस सैट च सिर्फ इको ही एलीमेंट होवे ਉਹਨੂੰ ਅਸੀਂ ਕਹਿੰਦੇ ਆ सिंगलटन सैट। ਅਸੀਂ ਕਹਾਂਗੇ अ सैट कंटेनिंग, कंटेनिंग का मतलब हुंदा वा, मान लो जे मेरे को कोई भांडा वा, ਉਹਦੇ ਵਿੱਚ मैं कोई एक चीज़ रख देना, मैं कहूँगा दिस कंटेनर कंटेन दिस थिंग। मान लो पेन रखा होया वा, दिस कंटेनर कंटेन दिस पेन, मतलब इस भांडे दे विच कंटेन किया होया वा भांडे ने पेन नूं। सो सिंपल भाषा पंजाबी च मैं समझा रहा ताकि तुहानूं इंग्लिश समझने में दिक्कत ना हो। सैट कंटेनिंग ओनली वन एलीमेंट, जिहदे विच ओनली वन एलीमेंट होवे इज कॉल्ड सिंगलटन सैट। तो सिंपल एग्जाम्पल ना समझते हैं। पहली एग्जाम्पल नूं असीं ई ते जी भी पा सकते हैं। सो एग्जाम्पल मैं समझा देना तुहानूं सिंपली। पहले तो सिंपल वैसे ही मान लो एक एक सैट वा, उहदे विच सिर्फ 5 ही है, इको ही एलीमेंट। सो असीं कहांगे ए इज सिंगलटन सैट। बाकी सैट बिल्डर फॉर्म च आ सकदा, असीं कहांगे ए एक सैट वा, इहदे विच एक्स आउंदा वा ते एक्स इज ए नेम ऑफ मंथ। मंथ्स नेम साडे कोल 12 होंदे आ। नेम ऑफ मंथ विच स्टार्ट विद ओ। देखो ओ तो साडे मेरे हिसाब नाल जनवरी फरवरी मार्च अप्रैल मई जून जुलाई अगस्त सितंबर अक्तूबर नवंबर दसंबर। सो साडा इक्को ही जिहड़ा वा मंथ नेम जिहड़ा वा ओ तो शुरू होंदा वा, दैट इज अक्तूबर।
ਸੋ A is equal to ਅਕਤੂਬਰ, ਇਟ ਮੀਨਸ ਇੱਕੋ ਹੀ ਐਲੀਮੈਂਟ Y ਦੇ ਵਿੱਚ ਅਸੀਂ ਕਹਾਂਗੇ A has only one element, A has only one element, A ਕੋਲ ਇੱਕੋ ਹੀ ਐਲੀਮੈਂਟ ਵਾ। ਸੋ ਇਸ ਕਰਕੇ A is ਸਿੰਗਲਟਨ ਸੈਟ। ਸਮਟਾਈਮ ਤੁਹਾਨੂੰ MCQ ਆ ਸਕਦਾ ਇਹਦੇ ਨਾਲ ਦਾ। ਸੋ ਆਈ ਥਿੰਕ ਸਾਡੇ ਕੋਲ 3 ਤਰ੍ਹਾਂ ਦੇ ਸੈੱਟ ਸਾਨੂੰ ਕਲੀਅਰ ਹੋ ਗਏ ਆ। ਉਸ ਤੋਂ ਬਾਅਦ ਸਾਡੇ ਕੋਲ ਚੌਥੀ ਟਾਈਪ ਜਿਹੜੀ ਲਾਸਟ ਟਾਈਪ ਆ ਸੈੱਟ ਦੀ, ਐਮਪਟੀ ਸੈੱਟ ਕਹਿੰਦੇ ਆ। ਦੂਜਾ ਨਾਮ ਇਹਦਾ ਹੈਗਾ ਵਾ ਨਲ ਸੈੱਟ, ਨਿਲ ਵਰਡ ਸੁਣਿਆ ਹੋਣਾ ਵਾ। ਤੀਜਾ ਨਾਮ ਇਹਦਾ ਹੈਗਾ ਵਾ ਵੋਇਡ ਸੈੱਟ। ਸੋ ਇਹ 3 ਨਾਮ ਇਹਦੇ ਕਾਮਨ ਆ, ਇੱਕੋ ਹੀ ਜਾਣੇ ਦੇ 3 ਨਾਮ, ਜਿਵੇਂ ਸਾਡੇ ਵੀ ਘਰ ਦੇ ਸਾਡੇ ਨਾਮ ਰੱਖ ਦਿੰਦੇ ਆ। ਸੋ ਇਸੇ ਤਰੀਕੇ ਨਾਲ ਇੱਕ ਸੈੱਟ ਨੂੰ ਐਮਪਟੀ ਤੋਂ ਕਲੀਅਰ ਆ। ਐਮਪਟੀ ਦਾ ਮਤਲਬ ਹੁੰਦਾ ਖਾਲੀ, ਨਲ ਦਾ ਮਤਲਬ ਵੀ ਖਾਲੀ, ਵੋਇਡ ਦਾ ਮਤਲਬ ਵੀ ਖਾਲੀ। ਸੋ ਖਾਲੀ ਸੈੱਟ ਮਤਲਬ ਜਿਹਦੇ ਵਿੱਚ ਕੁਝ ਵੀ ਨਹੀਂ ਹੈਗਾ। ਸੋ ਇਹ ਥੋੜਾ ਜਿਹਾ ਧਿਆਨ ਨਾਲ ਅਸੀਂ ਦੇਖਾਂਗੇ। ਅਸੀਂ ਕਹਾਂਗੇ ਅ ਸੈੱਟ ਵਿਚ ਹੈਜ਼, ਵਿਚ ਕੰਟੇਨ, ਫਿਰ ਉਹੀ ਕਿ ਜਿਹੜਾ ਸੈੱਟ ਕੰਟੇਨ ਨੋ ਐਲੀਮੈਂਟ, ਜਿਹਦੇ ਵਿੱਚ ਕੋਈ ਐਲੀਮੈਂਟ ਨਾ ਹੋਵੇ, ਇਜ਼ ਕਾਲਡ ਐਮਪਟੀ ਸੈੱਟ ਔਰ ਨਲ ਸੈੱਟ। ਸੋ ਮੈਂ ਇੱਥੇ ਲਿਖ ਦਿੰਦਾ ਨਲ ਸੈੱਟ ਜਾਂ ਐਮਪਟੀ ਸੈੱਟ, ਕੁਝ ਵੀ ਤੁਸੀਂ ਲਿਖ ਸਕਦੇ ਆ। ਸੋ ਐਮਪਟੀ ਤੇ ਨਲ ਸੈੱਟ ਜਿਹੜਾ ਵਾ ਉਹ ਜ਼ਿਆਦਾ ਫੇਮਸ ਆ। ਸੋ ਐਗਜ਼ਾਮਪਲ ਇੱਕ ਚੀਜ਼ ਹੋਰ ਇਹਦੇ ਵਿੱਚ ਐਡ ਹੋਏਗੀ, ਜਿਹੜੇ ਮੈਥਮੈਟੀਸ਼ੀਅਨ ਆ ਉਹਨਾਂ ਨੇ ਇਹਦਾ ਇੱਕ ਸਿੰਬਲ ਬਣਾਇਆ ਵਾ। ਜਿਵੇਂ ਦੇਖੋ 2 ਇੰਗਲਿਸ਼ 'ਚ ਲਿਖਿਆ ਜਾਂਦਾ ਵਾ, ਮੈਥਮੈਟੀਸ਼ੀਅਨਸ ਨੇ 2 ਦਾ ਸਿੰਬਲ ਇਦਾਂ ਦਾ ਬਣਾਇਆ ਵਾ। ਇਸੇ ਤਰੀਕੇ ਨਾਲ ਹੀ ਕਹਿੰਦੇ ਐਮਪਟੀ ਸੈੱਟ ਨੂੰ ਅਸੀਂ ਲਿਖਦੇ ਹਾਂ ਕਿ ਇਟ ਇਜ਼ ਡਿਨੋਟਡ ਬਾਏ, ਜਿੱਦਾਂ ਅਸੀਂ ਨੈਚੁਰਲ ਨੰਬਰ ਦੇ ਸੈੱਟ ਨੂੰ, ਪ੍ਰਾਕ੍ਰਿਤਿਕ ਸੰਖਿਆਵਾਂ ਨੂੰ n ਨਾਲ ਲਿਖਦੇ ਹਾਂ, n ਦੇ ਨਾਲ ਲਿਖਦੇ ਹਾਂ, ਇਦਾਂ ਹੀ ਅਸੀਂ ਇੱਕ ਸਿੰਬਲ ਬਣਾਇਆ ਵਾ। ਨੋਟ ਕਰ ਲੈਣਾ, ਐਮਪਟੀ ਸੈੱਟ ਨੂੰ ਲਿਖਣ ਦਾ ਇੱਕ ਸਿੰਬਲ ਵਾ ਇਦਾਂ ਉਹ ਪਾ ਕੇ, ਇਹਦੇ ਵਿੱਚ ਅਸੀਂ ਟੇਢੀ ਜਿਹੀ ਲਾਈਨ ਪਾ ਦਿੰਦੇ ਆ। ਇਹਨੂੰ ਪੜ੍ਹਦੇ ਕੀ ਆ, ਅਸੀਂ ਲਿਖਦੇ ਆ ਫਾਈ, PHI। ਜੇ ਮੈਂ ਪੰਜਾਬੀ 'ਚ ਲਿਖਾਂ ਤਾਂ ਇਹਨੂੰ ਲਿਖਦੇ ਆ ਫਾਈ। ਇਸ ਤਰੀਕੇ ਨਾਲ ਪੜਾਂਗੇ ਅਸੀਂ ਫਾਈ, ਠੀਕ ਹੈ ਜੀ। ਤੇ ਜੇ ਅਸੀਂ ਇਹਨੂੰ ਕਹਿੰਦੇ ਆ ਸੈੱਟ ਬਿਲਡਰ ਫਾਰਮ, ਅਦਰਵਾਈਜ਼ ਅਸੀਂ ਕਿੱਦਾਂ ਪਾਵਾਂਗੇ, ਅਸੀਂ ਕਰਲੀ ਬ੍ਰੈਕਟ ਪਾ ਦਾਂਗੇ, ਵਿੱਚ ਕੋਈ ਵੀ ਐਲੀਮੈਂਟ ਨਹੀਂ ਪਾਵਾਂਗੇ, ਵਿੱਚੋਂ ਖਾਲੀ ਛੱਡ ਦਾਂਗੇ। 2 ਤਰੀਕੇ ਨਾਲ ਲਿਖਿਆ ਜਾਂਦਾ, ਫਾਈ ਐਂਡ ਦਿਸ, ਠੀਕ ਹੈ ਜੀ। ਮੈਂ ਥੋੜਾ ਜਿਹਾ ਕਲੀਅਰ ਕਰ ਦਵਾਂ ਕਿ ਇਨ ਰੋਸਟਰ ਫਾਰਮ, ਇਨ ਰੋਸਟਰ ਫਾਰਮ ਇੱਕ ਸਾਡੇ ਕੋਲ ਰੋਸਟਰ ਫਾਰਮ ਹੁੰਦੀ ਸੀ, ਜਿਹਦੇ ਵਿੱਚ ਅਸੀਂ ਇਦਾਂ ਲਿਖਦੇ ਹੁੰਦੇ ਸੀਗੇ 2 3 4। ਰੋਸਟਰ ਫਾਰਮ ਦੇ ਵਿੱਚ ਐਮਪਟੀ ਸੈੱਟ ਅਸੀਂ ਕਿੱਦਾਂ ਲਿਖਦੇ ਹਾਂ, ਐਮਪਟੀ ਸੈੱਟ ਜਿਹੜਾ ਵਾ ਉਹ ਅਸੀਂ ਲਿਖਦੇ ਹਾਂ ਸਿੰਪਲ ਕਰਲੀ ਬ੍ਰੈਕਟ ਪਾ ਕੇ, ਵਿੱਚ ਕੁਝ ਵੀ ਨਹੀਂ ਲਿਖਦੇ। ਤੇ ਸੈੱਟ ਬਿਲਡਰ ਫਾਰਮ ਤਾਂ ਕੋਈ ਇਸ਼ੂ ਨਹੀਂ ਹੈਗਾ, ਅਸੀਂ ਸਿੰਪਲੀ ਆ ਫਾਈ ਪਾ ਦਿੰਨੇ ਬਸ। ਸੈੱਟ ਬਿਲਡਰ ਫਾਰਮ 'ਚ ਤਾਂ ਅਸੀਂ ਲਿਖਾਂਗੇ ਕੋਈ ਨਾ ਕੋਈ ਪ੍ਰੋਪਰਟੀ ਹੋਏਗੀ। ਸੋ ਸਿੰਪਲ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਬਾਕੀ ਮੈਂ ਐਗਜ਼ਾਮਪਲ ਦੇ ਵਿੱਚ ਕਲੀਅਰ ਕਰ ਦਿੰਦਾ ਸੈੱਟ ਬਿਲਡਰ ਫਾਰਮ ਦੇ ਵਿੱਚ ਕਿੱਦਾਂ ਲਿਖਾਂਗੇ। ਤੁਸੀਂ ਦੇਖੋ ਮੈਂ ਇੱਕ ਸੈੱਟ ਲਿਖਦਾ ਵਾਂ A, ਉਹਦੇ ਵਿੱਚ X ਵਾ, ਤੇ ਮੈਂ ਲਿਖੂੰਗਾ ਕਿ X is a natural number satisfy x square is equal to 9, x square is equal to सॉरी 2 लिखना ਸੀ ਮੈਂ ਇੱਥੇ। ਸੋ ਧਿਆਨ ਨਾਲ ਸਮਝਣਾ, ਡਿਫਿਕਲਟ ਸਟੇਟਮੈਂਟ ਲੱਗੇਗੀ ਬੱਚਿਆਂ ਨੂੰ ਜਿਹੜੇ, ਕਿਉਂਕਿ ਤੁਸੀਂ ਇੱਕਦਮ ਨਿਊ ਮੈਥ ਦੇ ਵਿੱਚ ਆਏ ਆ, ਤੁਹਾਨੂੰ ਥੋੜਾ ਡਿਫਿਕਲਟ ਲੱਗੇਗਾ। ਦੇਖੋ ਨੈਚੁਰਲ ਨੰਬਰ ਸਮਝਾ ਰਿਹਾ ਮੈਂ, ਨੈਚੁਰਲ ਨੰਬਰ ਹੁੰਦੇ ਆ 1 2 3 4 5 6 7 ਐਂਡ ਸੋ ਔਨ ਚੱਲੀ ਜਾਣੇ ਆ। ਤੇ ਇੱਕ ਤੁਹਾਡੇ ਕੋਲ ਆ ਇਕੁਏਸ਼ਨ, ਦਿਸ ਇਕੁਏਸ਼ਨ x ਸਕੁਅਰ ਇਜ਼ ਇਕੁਅਲ ਟੂ 2। ਉਹ ਕਹਿੰਦੇ ਕਿ x ਇੱਕ ਇਦਾਂ ਦਾ ਨੈਚੁਰਲ ਨੰਬਰ ਆ ਜਿਹੜਾ ਇਹਨੂੰ ਸੱਚ ਕਰ ਦਿੰਦਾ। ਦੇਖੋ ਮੈਂ 1 ਭਰਦਾ ਵਾਂ, 1 ਦਾ ਸਕੁਅਰ 2 ਨਹੀਂ ਹੁੰਦਾ। 2 ਦਾ ਸਕੁਅਰ, 2 ਦਾ ਸਕੁਅਰ ਕਿੱਦਾਂ ਸੋਲਵ ਕਰਦੇ ਆ, 2 ਦਾ ਸਕੁਅਰ ਮਤਲਬ ਹੁੰਦਾ 2 × 2 ਦੈਟ ਇਜ਼ ਇਕੁਅਲ ਟੂ 4। ਸੋ ਸਾਡਾ ਇੱਥੇ 4 ਆਉਣਾ ਸੀ, ਬਟ ਇਹ 2 ਦੇ ਬਰਾਬਰ ਨਹੀਂ ਆ ਰਿਹਾ। ਸੋ ਇਹਦਾ ਮਤਲਬ ਅਸੀਂ ਕੋਈ ਵੀ ਨੈਚੁਰਲ ਨੰਬਰ ਤੁਸੀਂ ਕੋਈ ਵੀ ਪਿਕ ਕਰ ਲਓ, ਭਾਵੇਂ 5 ਪਿਕ ਕਰ ਲਓ, x ਦੀ ਜਗ੍ਹਾ ਤੇ 5 ਲਿਖੋ, ਤਾਂ ਤੁਹਾਡੇ ਕੋਲ 2 ਦੇ ਬਰਾਬਰ ਨਹੀਂ ਆਏਗਾ, ਕਿਉਂਕਿ ਇਹ ਕਿੰਨਾ ਹੁੰਦਾ ਵਾ 25। ਸੋ ਇਹ 2 ਦੇ ਬਰਾਬਰ ਕਦੀ ਨਹੀਂ ਆਉਣਾ। ਤੁਹਾਡੇ ਕੋਲ ਕੋਈ ਵੀ ਵੈਲਿਊ ਇਦਾਂ ਦੀ ਲੱਭਣੀ ਨਹੀਂ ਹੈਗੀ ਨੈਚੁਰਲ ਨੰਬਰ ਦੇ ਵਿੱਚੋਂ ਕਿ ਜਿਹੜੀ ਇਹਨੂੰ ਸੱਚ ਕਰ ਦੇਵੇ। ਇਹ ਹਮੇਸ਼ਾ ਫਾਲਸ ਹੀ ਆਏਗੀ, ਗਲਤ ਹੀ ਆਏਗੀ।
ਤੁਸੀਂ 1 ਲੈ ਲਓ, 2 ਲੈ ਲਓ, 3 ਲੈ ਲਓ, क्योंकि 1 ਦਾ ਸਕੁਅਰ 1 ਹੁੰਦਾ, 2 ਦਾ ਸਕੁਅਰ 4 ਹੁੰਦਾ, 3 ਦਾ ਸਕੁਅਰ 9 ਹੁੰਦਾ, 4 ਦਾ ਸਕੁਅਰ 16 ਹੁੰਦਾ। ਬਟ ਸਾਡੇ ਕੋਲ x ਨਹੀਂ ਲੱਭੇਗਾ ਕੋਈ ਵੀ ਜਿਹੜਾ ਨੈਚੁਰਲ ਨੰਬਰ ਦੇ ਵਿੱਚੋਂ ਹੋਵੇ। ਸੋ ਮੈਂ ਇਹਦੇ ਵਿੱਚ ਕੋਈ ਵੀ x ਜਿਹੜਾ ਨਹੀਂ ਆ ਰਿਹਾ, ਸੋ ਇਸ ਕਰਕੇ ਮੈਂ ਕਹਿ ਦੂੰਗਾ a ਇਜ਼ ਇਕੁਅਲ ਟੂ, ਕੋਈ ਵੀ ਇਹਨੂੰ ਸੈਟੀਸਫਾਈ ਨਹੀਂ ਕਰਦਾ, ਇਸ ਕਰਕੇ a ਜਿਹੜਾ ਵਾ ਉਹ 5 ਹੋ ਜਾਏਗਾ, ਜਾਂ ਇਹਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਆਏਗਾ। ਸੋ ਅਸੀਂ ਕਹਾਂਗੇ a ਇਜ਼ ਐਮਪਟੀ ਸੈਟ। ਤੇ ਤੁਹਾਨੂੰ ਦੱਸਿਆ ਵਾ ਐਮਪਟੀ ਸੈਟ ਨੂੰ ਜਾਂ ਤਾਂ 5 ਨਾਲ ਲਿਖਦੇ ਆ, 5 ਦੇ ਨਾਲ, ਤੇ ਜਾਂ ਅਸੀਂ ਕਰਲੀ ਬ੍ਰੈਕਟ ਪਾ ਕੇ ਵਿੱਚ ਕੁਝ ਵੀ ਨਹੀਂ ਲਿਖਦੇ। ਧਿਆਨ ਰੱਖਣਾ, ਜੇ ਮੈਂ ਇਹਦੇ ਵਿੱਚ 0 ਪਾ ਦਿੰਦਾ ਵਾ ਤੇ ਇਹ ਐਮਪਟੀ ਸੈਟ ਨਹੀਂ ਹੈਗਾ, ਇਹਦੇ ਵਿੱਚ ਇੱਕ ਮੈਂਬਰ ਹੈਗਾ ਵਾ, ਤੇ ਇੱਕ ਮੈਂਬਰ ਵਾਲਾ ਸੈੱਟ ਕਿਹੜਾ ਹੁੰਦਾ ਵਾ? ਸਿੰਗਲਟਨ ਸੈੱਟ। ਇਹ ਤੁਸੀਂ ਧਿਆਨ ਰੱਖਣਾ। ਸੋ ਆਈ ਥਿੰਕ ਕਲੀਅਰ ਹੋ ਜਾਏਗਾ ਈਜ਼ੀਲੀ। ਸੋ ਉਸ ਤੋਂ ਬਾਅਦ ਸਾਡੇ ਕੋਲ ਟਾਈਪਸ ਆਫ ਸੈੱਟ ਖਤਮ ਹੋ ਜਾਂਦੇ ਆ। ਵੈਸੇ ਇੱਕ ਸੈੱਟ ਆਉਂਦਾ ਵਾ ਇਕੁਐਲਿਟੀ ਆਫ ਸੈਟਸ। ਸੋ ਮੈਂ ਇਕੁਐਲਿਟੀ ਆਫ ਸੈਟਸ ਬਾਰੇ ਵੀ ਗੱਲ ਕਰੂੰਗਾ, ਬਟ ਪਹਿਲਾਂ ਮੈਂ ਮੇਨ ਗੱਲ ਕਰੂੰਗਾ ਆਰਡਰ ਆਫ ਸੈਟਸ। ਇੱਕ ਹੁੰਦਾ ਵਾ ਆਰਡਰ ਆਫ ਫਾਈਨਾਈਟ ਸੈਟ। ਸੋ ਇਹਦੇ ਬਾਰੇ ਗੱਲ ਕਰਾਂਗੇ। ਆਰਡਰ ਆਫ ਫਾਈਨਾਈਟ ਸੈਟ, ਜਾਂ ਇਹਨੂੰ ਕਹਿੰਦੇ ਆ ਕਾਰਡੀਨਲ ਨੰਬਰ ਆਫ ए ਸੈਟ। ਕਾਰਡੀਨਲ, ਦੇਖੋ ਨਾਮ ਜਿਹੜਾ ਵਾ ਉਹ ਕੋਈ ਵੀ ਕੁਝ ਵੀ ਰੱਖ ਸਕਦਾ, ਨਾਮ ਤੋਂ ਘਬਰਾਉਣਾ ਨਹੀਂ, ਇਹ ਤੁਹਾਨੂੰ ਯਾਦ ਹੀ ਕਰਨਾ ਪੈਣਾ। ਤੁਹਾਡੇ ਘਰੇ ਕੋਈ ਆਊਗਾ, ਤੁਹਾਡਾ ਉਹ ਹਾਣੀ ਹੋਏਗਾ, ਤੁਸੀਂ ਉਹਦਾ ਨਾਮ ਪੁੱਛੋਗੇ ਵੀ ਇਹ ਸਾਡੀ ਮਾਸੀ ਦਾ ਮੁੰਡਾ ਵਾ ਜੀ, ਇਹਦਾ ਆਹ ਨਾਮ ਆ ਜੀ, ਇਹ ਮੇਰੇ ਦੋਸਤ ਦਾ ਮੁੰਡਾ, ਇਹਦਾ ਆਹ ਨਾਮ, ਬੇਟਾ ਹੈਲੋ ਕਰੋ। ਸੋ ਨਾਮ ਜਿਹੜਾ ਵਾ ਕੁਝ ਵੀ ਰੱਖਿਆ ਜਾ ਸਕਦਾ, ਨਾਮ ਤੋਂ ਘਬਰਾਉਣਾ ਨਹੀਂ ਹੈਗਾ। ਕਾਰਡੀਨਲ ਨੰਬਰ ਆਫ ए ਸੈਟ, ਇੱਕ ਸੈੱਟ ਦਾ ਕਾਰਡੀਨਲ ਨੰਬਰ ਹੁੰਦਾ ਵਾ, ਬਹੁਤ ਹੀ ਸੌਖਾ, ਮੈਂ ਸਿੰਪਲ ਸਮਝਾ ਦੂੰਗਾ। ਅਸੀਂ ਕਹਾਂਗੇ ਦ ਨੰਬਰ ਆਫ ਐਲੀਮੈਂਟਸ in set is called order of set। ਸਿੰਪਲ ਐਗਜ਼ਾਮਪਲ ਦੇ ਨਾਲ ਸਮਝ ਲੱਗੇਗਾ ਕਿ ਮੰਨ ਲਓ ਮੈਂ ਇੱਕ A ਸੈੱਟ ਲੈ ਲਿਆ ਵਾ, ਉਹਦੇ ਵਿੱਚ A ਆ, B ਆ ਤੇ C ਆ। ਇਸ ਸੈੱਟ ਦੇ ਵਿੱਚ ਕਹਿੰਦਾ ਨੰਬਰ ਆਫ ਐਲੀਮੈਂਟ ਕਿੰਨੇ ਆ, ਕਿੰਨੇ ਮੈਂਬਰ ਵਾ ਇਹਦੇ ਵਿੱਚ? 1 2 ਤੇ 3। ਸੋ ਇਹਦਾ ਮਤਲਬ ਇਹਦਾ ਆਰਡਰ ਜਿਹੜਾ ਵਾ, ਆਰਡਰ ਆਫ ਦਾ ਸੈੱਟ, ਆਰਡਰ ਆਫ ਸੈੱਟ ਕਿੰਨਾ ਹੋ ਜਾਏਗਾ? 3 ਹੋ ਜਾਏਗਾ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਨੋਟ ਕਰਨੀ, ਇਟ ਇਜ਼ ਡਿਨੋਟਡ ਬਾਏ, ਇਹ ਵੀ ਡਿਨੋਟ ਕਰਦੇ ਹਾਂ ਅਸੀਂ, ਇਟ ਇਜ਼ ਡਿਨੋਟਡ ਬਾਏ, ਅਸੀਂ O ਪਾ ਕੇ ਬ੍ਰੈਕਟ ਦੇ ਵਿੱਚ A ਪਾ ਦਿੰਦੇ ਆ, ਜੋ ਵੀ ਸੈੱਟ ਦਾ ਨਾਮ ਹੁੰਦਾ ਵਾ। ਜਾਂ ਅਸੀਂ ਇਹਨੂੰ ਲਿਖਦੇ ਆ, ਕੁਝ ਫੋਰਨ ਆਥਰਸ ਦੀਆਂ ਬੁੱਕ ਦੇ ਵਿੱਚ A ਦਾ ਮੋਡ ਵੀ ਲਿਖਿਆ ਹੋਇਆ, ਦੋਨੇ ਬੰਨੇ ਲਾਈਨਾਂ ਪਾ ਕੇ। ਸੋ ਮੈਂ ਸਿੰਪਲ ਇੱਥੇ ਲਿਖੂੰਗਾ, ਇਹਨੂੰ ਹੋਰ ਤਰੀਕੇ ਨਾਲ ਕਿੱਦਾਂ ਲਿਖ ਸਕਦਾ ਕਿ ਆਰਡਰ ਆਫ A ਇਜ਼ ਇਕੁਅਲ ਟੂ 3 ਆ। ਮੰਨ ਲਓ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ। ਸਾਡੇ ਕੋਲ B ਆ, ਉਹਦੇ ਵਿੱਚ ਹੈਗਾ ਵਾ 5 7 9 11 13। ਸੋ ਸਾਡੇ ਕੋਲ ਦੇਖੋ 13 ਵਾ, ਇਹ ਕਿੰਨੇ ਐਲੀਮੈਂਟ ਆ? 1 2 3 4 5। ਸੋ ਇਹਦਾ ਮਤਲਬ ਆਰਡਰ ਆਫ B ਸਾਡੇ ਕੋਲ ਕਿੰਨਾ ਆ ਜਾਏਗਾ? 1 2 3 4 5। ਕਿੰਨੇ ਐਲੀਮੈਂਟ ਆ? ਜਸਟ ਆਈ ਥਿੰਕ ਕਲੀਅਰ ਹੋਇਆ, ਈਜ਼ੀਲੀ ਕਲੀਅਰ ਹੋ ਜਾਏਗਾ। ਉਸ ਤੋਂ ਬਾਅਦ ਸਾਡੇ ਕੋਲ ਇਕੁਐਲਿਟੀ ਆਫ ਸੈਟਸ ਆਉਂਦਾ ਵਾ। ਇਕੁਐਲਿਟੀ ਆਫ ਸੈਟ, ਇਕੁਐਲਿਟੀ ਆਫ ਸੈਟ ਦਾ ਮਤਲਬ ਦੋ ਸੈੱਟ ਬਰਾਬਰ ਕਦੋਂ ਹੁੰਦੇ ਆ? ਸੋ ਅਸੀਂ ਕਹਾਂਗੇ ਟੂ ਸੈਟਸ A and B are said to be equal sets if पहली कंडीशन आ कि both have same elements। पहली कंडीशन ये वैसे है सिंपल, वेरी सौखा। if both sets have same element apart from order। आ वर्ड थोड़ा डिफिकल्ट होगा इंग्लिश का, apart from order, ਇਹਦੇ ਬਾਰੇ मैं ਤੁਹਾਨੂੰ ਸਮਝਾਉਣਾ ਹੁਣੇ। ਸੋ ਘਬਰਾਉਣਾ ਨਹੀਂ। two sets A and B said to be equal sets if both sets have same elements। ਸੋ ਦੇਖੋ एग्जांपल मैं कहूँगा A मेरे को एक सैट वा, ਉਹਦੇ ਵਿੱਚ 1 आ 5 आ 7 आ 9 आ। B आ एक सैट, ਉਹਦੇ ਵਿੱਚ 1 आ 7 आ 9 आ 5 आ। देखो 1 ਇਹਦੇ ਵਿੱਚ ਵੀ ਹੈਗਾ ਵਾ, 1 ਇਹਦੇ ਵਿੱਚ ਵੀ ਹੈਗਾ ਵਾ, 5 ਇਹਦੇ ਵਿੱਚ ਵੀ ਹੈਗਾ ਵਾ, 5 ਇਹਦੇ ਵਿੱਚ ਵੀ ਹੈਗਾ ਵਾ।
7 ਇਹਦੇ ਵਿੱਚ ਵੀ ਹੈਗਾ ਵਾ, 7 ਇਹਦੇ ਵਿੱਚ ਵੀ ਹੈਗਾ ਵਾ, 9 ਇਹਦੇ ਵਿੱਚ ਵੀ ਹੈਗਾ ਵਾ, 9। ਇਹਦਾ ਮਤਲਬ ਬੋਥ ਹੈਵ ਸੇਮ ਐਲੀਮੈਂਟਸ, ਬੋਥ ਸੈਟਸ ਹੈਵ ਸੇਮ ਐਲੀਮੈਂਟਸ ਅਪਾਰਟ ਫਰੋਮ ਆਰਡਰ। ਦਾ ਮਤਲਬ ਆ ਕਿ ਅੱਗੇ ਪਿੱਛੇ ਹੋ ਸਕਦੇ ਆ, ਉਹਦਾ ਕੋਈ ਫਰਕ ਨਹੀਂ ਹੈਗਾ, ਉਹਦਾ ਨਹੀਂ ਤੁਸੀਂ ਘਬਰਾਉਣਾ। ਤਾਂ ਕਰਕੇ ਆ ਵਰਡ ਲਿਖਿਆ ਗਿਆ ਵਾ ਅਪਾਰਟ ਫਰੋਮ ਇਟਸ ਆਰਡਰ। ਤੁਸੀਂ ਆਰਡਰ ਨੂੰ ਨਹੀਂ ਦੇਖਣਾ, ਜਸਟ ਇਹ ਦੇਖਣਾ ਕਿ ਐਲੀਮੈਂਟ ਪੂਰੇ ਹੋਣੇ ਚਾਹੀਦੇ ਆ। ਸੋ ਮੈਂ ਕਹਿ ਸਕਦਾ ਵਾਂ A ਇਜ਼ ਇਕੁਅਲ ਟੂ B। ਸੋ ਮੈਂ ਇੱਕ ਐਗਜ਼ਾਮਪਲ ਦੇ ਦੇਣਾ, ਜਦੋਂ A ਤੇ B ਬਰਾਬਰ ਨਹੀਂ ਹੋਣਗੇ। ਮੰਨ ਲਓ ਮੈਂ ਇੱਕ ਐਗਜ਼ਾਮਪਲ ਲੈ ਲੈਣਾ, A ਦੇ ਵਿੱਚ ਹੈਗਾ 1 2 3, ਸੋ B ਦੇ ਵਿੱਚ ਮੇਰੇ ਕੋਲ ਹੈਗਾ 2 3 5। ਸੋ ਦੇਖੋ A ਤੇ B, 1 ਇਹਦੇ ਵਿੱਚ ਹੈਗਾ ਵਾ, ਮੈਂ ਬਿਲੋਂਗ ਇੱਕ ਵਰਡ ਦੱਸਿਆ ਸੀ, 1 ਇਹਦੇ ਵਿੱਚ ਹੈਗਾ ਵਾ, 1 B ਦੇ ਵਿੱਚ ਨਹੀਂ ਹੈਗਾ। ਇੱਕ ਗਲਤੀ ਲੱਭ ਲਈ ਅਸੀਂ ਕਿ 1 ਇਹਦੇ ਵਿੱਚ ਹੈਗਾ, 1 ਇਹਦੇ ਵਿੱਚ ਹੈਗਾ ਨਹੀਂਗਾ। ਐਲੀਮੈਂਟਸ ਭਾਵੇਂ ਦੋ ਤਿੰਨ, ਇਹਦੇ ਵਿੱਚ ਵੀ 3 ਵਾ, ਇਹਦੇ ਵਿੱਚ ਵੀ 3 ਆ, ਬਟ 2 ਤੇ 3 ਸੇਮ ਆ, 2 ਤੇ 3 ਸੇਮ ਆ, ਪਰ 1 ਇਹਦੇ ਵਿੱਚ ਆ 5। ਇਹਦਾ ਮਤਲਬ ਬਰਾਬਰ ਨਹੀਂ ਹੈਗੇ। ਸੋ ਇਸ ਕਰਕੇ ਮੈਂ ਕਹੂੰਗਾ A ਜਿਹੜਾ ਵਾ ਉਹ B ਦੇ ਬਰਾਬਰ ਨਹੀਂ ਹੈਗਾ। ਦੂਜੀ ਗੱਲ ਜਿਹੜੀ ਇਕੁਐਲਿਟੀ ਆਫ ਦੀ ਡੈਫੀਨੇਸ਼ਨ ਇੱਕ ਹੋਰ ਤਰੀਕੇ ਨਾਲ ਲਿਖਦੇ ਆ ਕਿ ਜੇ ਐਵਰੀ ਐਲੀਮੈਂਟ, ਮੈਂ ਸੈਕੰਡ ਡੈਫੀਨੇਸ਼ਨ ਇੱਥੇ ਲਿਖ ਦਿੰਦਾ, ਸੈਕੰਡ ਡੈਫੀਨੇਸ਼ਨ of equal sets, second definition of equal sets ਅਸੀਂ ਲਿਖਦੇ ਹਾਂ, ਕਲਰ ਚੇਂਜ ਕਰ ਲੈਂਦੇ ਆਪਾਂ, ਥੋੜਾ ਜਿਹਾ ਈਜ਼ੀਲੀ ਲੱਗ ਜਾਏਗਾ, ਸਾਡੇ ਕੋ ਆ ਜਾਏਗਾ। ਸੋ ਕਹਿੰਦਾ if every element of A, every element of A is a member of B and every element of B is a member of A, then ਅਸੀਂ ਕਹਿ ਸਕਦੇ ਹਾਂ A is equal to B। ਇਹ ਸਭ ਤੋਂ ਕਾਰਗਰ ਡੈਫੀਨੇਸ਼ਨ ਆ A equal to B ਦੀ। ਦੇਖੋ ਇਹਦੇ ਵਿੱਚ ਹਰੇਕ ਐਲੀਮੈਂਟ, 1 ਇਹਦੇ ਵਿੱਚ ਵਾ, ਇਹਦੇ ਵਿੱਚ ਵੀ ਹੈਗਾ ਵਾ, 5 ਇਹਦੇ ਵਿੱਚ ਵਾ, ਇਹਦੇ ਵਿੱਚ ਵੀ ਹੈਗਾ ਵਾ, 7 ਇਹਦੇ ਵਿੱਚ ਆ, 7 ਇਹਦੇ ਵਿੱਚ ਵੀ ਹੈਗਾ ਵਾ, 9 ਇਹਦੇ ਵਿੱਚ ਆ, 9 ਇਹਦੇ ਵਿੱਚ ਵੀ ਹੈਗਾ ਵਾ। ਸੋ ਐਵਰੀ ਐਲੀਮੈਂਟ ਆਫ A, ਮਤਲਬ ਐਵਰੀ ਐਲੀਮੈਂਟ ਆਫ A ਮੈਂਬਰ ਹੈਗਾ B ਦਾ। ਤੁਸੀਂ ਇੱਧਰੋਂ ਦੇਖ ਲਓ, 1 ਵੀ ਹੈਗਾ ਵਾ, 7 ਵੀ ਹੈਗਾ ਵਾ, 9 ਵੀ ਇਹਦੇ ਵਿੱਚ ਹੈਗਾ ਵਾ, 5 ਵੀ ਇਹਦੇ ਵਿੱਚ ਹੈਗਾ। ਜਦੋਂ ਉਲਟਾ ਦੇਖਾਂਗੇ, ਐਵਰੀ ਮੈਂਬਰ ਆਫ B ਵੀ A ਦਾ ਮੈਂਬਰ ਵਾ, ਇਸ ਕਰਕੇ ਅਸੀਂ ਕਹਿ ਦਿੱਤਾ A B ਦੇ ਬਰਾਬਰ ਵਾ। ਇਹਦੇ ਵਿੱਚ ਦੇਖੋ ਐਵਰੀ ਮੈਂਬਰ A ਦਾ ਇਹਦੇ ਵਿੱਚ ਨਹੀਂ ਹੈਗਾ, 1 ਬਿਲੋਂਗ ਕਰਦਾ ਵਾ A ਨੂੰ, ਪਰ 1 B ਨੂੰ ਬਿਲੋਂਗ ਨਹੀਂ ਕਰਦਾ। ਸੋ ਇਸ ਕਰਕੇ ਇੱਥੇ ਗਲਤੀ ਲੱਭ ਗਈ। ਸੋ ਆ ਸਾਡੇ ਕੋਲ ਗਲਤੀ ਲੱਭ ਗਈ, ਅਸੀਂ ਕਹਾਂਗੇ ਹੇਅਰ 1 ਬਿਲੋਂਗਸ ਟੂ A, ਪਰ 1 ਜਿਹੜਾ ਵਾ ਬਟ, ਪਰ ਹੇਅਰ ਦਾ ਮਤਲਬ ਹੁੰਦਾ ਇੱਥੇ, ਹੇਅਰ ਦਾ ਮਤਲਬ ਹੁੰਦਾ ਇੱਥੇ 1 ਜਿਹੜਾ A ਨੂੰ ਬਿਲੋਂਗ ਕਰਦਾ, ਬਟ ਦਾ ਮਤਲਬ ਹੁੰਦਾ ਪਰ 1 B ਨੂੰ ਬਿਲੋਂਗ ਨਹੀਂ ਕਰਦਾ। ਇਸ ਕਰਕੇ A B ਦੇ ਬਰਾਬਰ ਨਹੀਂ ਹੈਗਾ। ਆਈ ਥਿੰਕ ਕਲੀਅਰ ਹੋ ਜਾਏਗਾ ਤੁਹਾਨੂੰ ਇਕੁਐਲਿਟੀ ਆਫ ਸੈਟਸ। ਸੋ ਹੁਣ ਅਸੀਂ ਆਪਣੀ ਮੇਨ ਐਕਸਰਸਾਈਜ਼ ਦਾ ਕੋਰਸ ਸਟਾਰਟ ਕਰਾਂਗੇ। ਸੋ ਸਾਡੇ ਕੋਲ ਅਸੀਂ ਕੀ ਪੜ੍ਹਿਆ ਤੁਸੀਂ ਦੇਖ ਸਕਦੇ ਹਾਂ। ਅਸੀਂ ਫਾਈਨਾਈਟ ਸੈੱਟ ਪੜ੍ਹਿਆ। ਫਾਈਨਾਈਟ ਸੈੱਟ ਦਾ ਮਤਲਬ ਹੁੰਦਾ ਵਾ ਕਿ ਜਿਹਦੇ ਵਿੱਚ ਐਲੀਮੈਂਟ ਗਿਣੇ ਜਾ ਸਕਣ, 1 2 5 7 100 1000 200 1500 ਕਰੋੜ ਗਿਣੇ ਜਾ ਸਕਣ, ਬਸ ਤੁਹਾਨੂੰ ਆਈਡੀਆ ਹੋ ਜਾਏਗਾ। ਇਨਫਾਈਨਾਈਟ ਦਾ ਮਤਲਬ ਜਿਹਦੇ ਚ ਗਿਣੇ ਨਾ ਜਾ ਸਕਣ। ਸਿੰਗਲਟਨ ਜਿਹਦੇ ਵਿੱਚ ਇੱਕੋ ਹੀ ਐਲੀਮੈਂਟ ਹੋਵੇ। ਉਸ ਤੋਂ ਬਾਅਦ ਐਮਪਟੀ ਸੈੱਟ ਜਿਹਦੇ ਵਿੱਚ ਕੋਈ ਐਲੀਮੈਂਟ ਨਾ ਹੋਵੇ, ਉਹਨੂੰ ਐਮਪਟੀ ਸੈੱਟ ਕਹਿੰਦੇ ਆ, ਖਾਲੀ ਮਤਲਬ। ਫਿਰ ਆਰਡਰ ਪੜਿਆ, ਕਿਸੇ ਸੈੱਟ ਦੇ ਵਿੱਚ ਕਿੰਨੇ ਐਲੀਮੈਂਟ ਹੁੰਦੇ ਆ ਉਹ ਉਹਦਾ ਆਰਡਰ ਹੁੰਦਾ ਵਾ। ਜੇ ABC ਆ, ਮੰਨ ਲਓ 3 ਐਲੀਮੈਂਟ ਆ ਤਾਂ 3 ਉਹਦਾ ਆਰਡਰ ਹੋ ਜਾਏਗਾ ਈਜ਼ੀਲੀ। ਇਕੁਐਲਿਟੀ ਆਫ ਸੈੱਟ ਬਾਰੇ ਪੜਿਆ ਕਿ ਸਾਰੇ ਐਲੀਮੈਂਟ A ਦੇ B ਦੇ ਵਿੱਚ ਹੋਣੇ ਚਾਹੀਦੇ, ਸਾਰੇ ਐਲੀਮੈਂਟ B ਦੇ A ਦੇ ਵਿੱਚ ਹੋਣੇ ਚਾਹੀਦੇ ਆ, ਤੇ A B ਦੇ ਬਰਾਬਰ ਹੋ ਜਾਂਦਾ। ਜੇ ਨਾ ਹੋਵੇ, ਜਿੱਦਾਂ ਇੱਥੇ ਸਾਡੇ ਕੋਲ ਨਹੀਂ ਆਇਆ ਸੀਗਾ, ਸੋ ਇਹ ਨਹੀਂ ਹੋ ਸਕਦਾ। ਠੀਕ ਹੈ ਜੀ। ਸੋ ਇਹ ਈਜ਼ੀਲੀ ਤੁਹਾਨੂੰ ਸਮਝ ਲੱਗ ਜਾਏਗਾ। ਹੁਣ ਅਸੀਂ 1.2 ਐਕਸਰਸਾਈਜ਼ ਸਟਾਰਟ ਕਰਾਂਗੇ। ਸਾਡਾ ਫਸਟ ਸਮ ਆ 1.2 ਐਕਸਰਸਾਈਜ਼ ਦਾ। ਸੋ ਫਸਟ ਸਮ ਦੇ ਵਿੱਚ ਅਸੀਂ ਚੈੱਕ ਕਰਨਾ, ਕਹਿੰਦੇ ਵਿਚ ਆਫ ਦਾ ਫੋਲੋਇੰਗ, which of the following are examples of the null set। null set मतलब empty set, खाली set ਕਿਹੜਾ ਵਾ। ਸੋ ਸਿੰਪਲੀ ਅਸੀਂ ਦੇਖਦੇ ਹਾਂ ਪਹਿਲਾ ਸੈੱਟ ਸਾਡੇ ਕੋਲ ਫਸਟ ਸਮ ਸਾਡੇ ਕੋਲ ਹੈ set of odd natural numbers divisible by 2। ਸੋ ਇਹ ਜਿਹੜਾ ਸੈੱਟ ਵਾ ਇਹਨੂੰ ਅਸੀਂ ਰੋਸਟਰ ਫਾਰਮ 'ਚ ਲੈ ਕੇ ਜਾਵਾਂਗੇ ਤੇ ਦੇਖਾਂਗੇ ਇਹਦੇ ਵਿੱਚ ਕਿੰਨੇ ਐਲੀਮੈਂਟ ਆ।
देखो ऑड नैचुरल नंबर किहड़े हुंदे आ? ऑड मतलब होंगे जिहड़े 1 3 5 7 9 11। तुसीं देख लो कोई भी एलीमेंट जिहड़ा वा वो डिवाइड नहीं होएगा। डिविजिबल का मतलब हुंदा वा डिवाइड। तुसीं 1 नूं 2 ਨਾਲ डिवाइड कर लो कभी भी पूरा पूरा डिवाइड नहीं होएगा। 9 ਨੂੰ डिवाइड कर लो 2 4 ਜਾਂ 8 रिमाइंडर बच जाएगा। ਇੱਥੇ 2 0 ਜਾਂ 0 1 बच जाएगा। सो कहता कि सैट ऑफ ऑड नंबर तो कभी भी 2 ਤੇ डिवाइड होंगे ही नहीं। सो ਇਹਦਾ मतलब ये साडा सैट ਜਿਹੜਾ ਵਾ ਇਹ खाली सैट ਵਾ। इट हैज़ नो एलीमेंट। सो ਅਸੀਂ ਇਹਨੂੰ ਜਾਂ ਤਾਂ ਇਦਾਂ ਲਿਖ ਦਾਂਗੇ ਤੇ ਜਾਂ ਇਹਨੂੰ ਅਸੀਂ फाई लिख के कह ਦਾਂਗੇ। ਅਸੀਂ ਕਹਾਂਗੇ इट इज़ नल सैट। उस तो बाद सैकेंड पार्ट ते आवांगे। कहता सैट ऑफ ईवन प्राइम नंबर। सैट ऑफ ईवन प्राइम नंबरस। सो प्राइम नंबरस कई बच्चों ने नहीं सुनिया होना। इन्हों कहते हैं अभाज संख्यावां। जे तुहानूं याद होवे जिहड़े पंजाबी च पढ़े आ, अदरवाइज ईजीली तुहानूं समझ लग जाएगा। अभाज संख्यावां, अभाज संख्यावां या प्राइम नंबरस की हुंदे आ? जिवें 2 3 5 7 9 11 13 ਜਿਹੜੇ सिर्फ तो सिर्फ अपने टेबल च आउंदे आ। 2 1 ਜਾਂ 2 ਜਾਂ ਇਹਨਾਂ ਨੂੰ 1 डिवाइड करता ਜਾਂ 2 डिवाइड करता ਜਾਂ 3 ਨੂੰ 3 डिवाइड करता ਜਾਂ 1 डिवाइड करता। ਇਹਨਾਂ ਨੂੰ ਹੋਰ ਕੋਈ भी डिवाइड नहीं करता। देखो 6 लिखूंगा ਇਹਨੂੰ 1 भी डिवाइड कर देगा, 2 भी डिवाइड कर देगा, 3 भी डिवाइड कर देगा, 6 भी डिवाइड कर देगा। पर ਇਹਨਾਂ ਚੋਂ ਕੋਈ भी नंबर पिक करोगे ਤਾਂ ਉਹਦੇ ਵਿੱਚ ਜਾਂ 1 डिवाइड करेगा ਜਾਂ ਉਹ ਆਪ ਹੀ ਨੰਬਰ करेगा। ਜਿੱਦਾਂ ਇੱਥੇ 3 ਆ 1 करेगा ਜਾਂ 3 डिवाइड करेगा। होर कोई भी इनू डिवाइड नहीं करेगा। उन्होंने कहते हैं प्राइम नंबरस। बट उन्होंने कहा कि ईवन प्राइम नंबर। साढ़े को देखो ऑड नंबर मैं ऊपर ही दसे थे 1 3 5 7। सो आ सारे ऑड आ रहे हैं बाद चों। ईवन प्राइम नंबर सिर्फ एक होंदा वा, डैट इज़ 2। सो ये साढ़े को 2 आ जाएगा। कहता सैट ऑफ ईवन प्राइम नंबर। दुनिया के या नंबर सिस्टम के मैथ के सिर्फ इको ही प्राइम इदा का जोड़ा ईवन नंबर वा। सो असी ये खाली सैट नहीं आया। सो असी कहांगे इट इज़ नॉट ए नल सैट। ईजली तुहानूं इत्थे तक पता लग जाएगा। सो उस तो बाद नैक्सट असी अगे करांगे। साडे कोल थर्ड पार्ट है जिहड़ा इहदा। थर्ड पार्ट दे विच की है साडे कोल एक सैट दिता होया वा, दैट इज़ एक्स। सैट बिल्डर फॉर्म च दिता होया। कहता एक्स इज़ ए नैचुरल नंबर। एक्स एक नैचुरल नंबर वा। कॉमा पाया मतलब एंड एक्स 5 तो छोटा वा एंड एक्स लैस दैन 5 एंड एक्स ग्रेटर दैन 7। देखो नैचुरल नंबर होंगे 1 2 3 4 5 6 7 एंड सो ऑन चली जाने। कोई इदा का नंबर है जो 5 तो छोटा हो। देखो 4 तो छोटा 5। मान लो मैं एक्स पिक कर लिया 4 5 तो छोटा है वा 100%। कि 4 7 तो वड्डा भी आ। ये दोनों स्टेटमेंटा कट्ठियां सच नहीं हो सकदियां कभी भी। तुसीं भावें इनू सच कर लो एक्स 7 तो वड्डा वा। सो मैं 11 ले लिया, 11 7 तो वड्डा वा कि 11 जिहड़ा वा 5 तो छोटा वा। सो साडी आ स्टेटमेंट जिहड़ी आ रॉन्ग हो जाएगी। इस करके इस सैट दे विच भी तुहाडे कोल कोई भी जिहड़ा वा वो इदां दा एक्स नहीं लभेगा नैचुरल नंबर की फैमिली दे विचों जिहड़ा इनू भी सच कर देवे इनू भी सच कर देवे ते हुण वो नैचुरल नंबर चाहिदा वा सिंपली। सो वैरी ईजी आ। असीं कहांगे ये जिहड़ा सैट वा ये फाई दे बराबर वा। इट इज़ ए नल सैट। इट इज़ ए नल सैट या एम्पटी सैट जो भी तुहाडे वर्ड दे विच लिखिया होए। फोर्थ पार्ट वा साडे कोल की लिखिया साडे कोल कहंदे कि वो सैट वा जिहदे विच वाई आउंदा वा। वाई इज़ ए पॉइंट कॉमन टू any two parallel lines, any two parallel lines। सो वेरी सिंपल। देखो दो पैरेलल लाइन्स इदा होंदियां आ एक लाइन आ सैकेंड लाइन। ये दोनों पैरेलल आ। इन्हां विच कोई पॉइंट कॉमन नहीं हुंदा। देखो जे मैं लाइन क्रॉस करदियां होंदियां आ पॉइंट इहदे ते हैगा वा बट इत्ते नहीं हैगा। आ पॉइंट इहदे ते हैगा वा बट इत्ते नहीं हैगा। आ पॉइंट इहदे ते हैगा वा बट इत्ते नहीं हैगा। बट आ जिहड़ा पॉइंट वा जिहड़ा मैं गूढ़ा कर रहा ये दोनों लाइनां ते आ। मतलब जिहड़ा इंटरसैक्ट जिथे मिलदा वा
आ पॉइंट ये दोनों लाइन जे मैं इत्थे खड़ूंगा मैं जिहड़ी मर्जी लाइन ते मैं ए बी लाइन ते भी खड़ा हो सकदा सी डी लाइन ते भी ये कॉमन होंदे पर देखो जे रेल दीयां पटरियां जिहड़ियां वा वो पैरेलल लाइनस हुंदियां वा समांतर रेखावां पंजाबी च कहंदे आ इहनूं समांतर रेखावां सो ये ध्यान रखना समांतर रेखावां पंजाबी च कहंदे आ पैरेलल लाइनस रेल दीयां पटरियां जिहड़ियां वो पैरेलल जांदियां पर भावें स्ट्रेट नहीं हुंदियां बट हुंदियां पैरेलल आ जे मैं ਉਹਦੀ एक पटरी ते खड़ूंगा ये थोड़ी भी मैं कह सकदा मैं दोने पटरियां ते खड़ा वां सो मैनू दोने ते लैग्स रख के फिर खड़ना पऊगा मैं कहूँगा फिर मैं कह सकदा बट पॉइंट की गल कर रहे हैं ਅਸੀਂ पॉइंट वाई एक इदां दा पॉइंट आ कहंदा ਇਹਦੇ ਤੇ ਮੰਨ ਲਓ ਵਾਈ ਆ ਇਹਦੇ ਤੇ ਤਾਂ ਹੈ ਹੀ ਨਹੀਂਗਾ ਸੋ ਇਸ ਕਰਕੇ दो पैरेलल लाइनस ਤੇ कोई भी कॉमन पॉइंट नहीं आ सकता इस करके ਜਿਹੜਾ सेट वाई फाई होएगा सो ਅਸੀਂ ਕਹਾਂਗੇ देयरफॉर इट इज ए नल सेट इट इज ए नल सेट सो ये साडा सीगा फर्स्ट सम ਜਿਹੜਾ ਕਿ ਈਜ਼ੀਲੀ ਸਾਡਾ ਜਿਹੜਾ ਵਾ ਉਹ ਕੰਪਲੀਟ ਹੋ ਗਿਆ ਹੁਣ ਅਸੀਂ ਚੱਲਦੇ ਹਾਂ ਨੈਕਸਟ ਸਮ ਤੇ ਸੋ ਸਾਡਾ ਸੈਕੰਡ ਸਮ ਆ ਫਾਈਨਾਈਟ ਇਨਫਾਈਨਾਈਟ ਤੇ ਵੈਰੀ ਈਜ਼ੀ ਮੈਂ ਸਿੰਪਲ ਇੱਥੋਂ ਹੀ ਦੱਸ ਦੂੰਗਾ ਤੁਹਾਨੂੰ ਤੁਸੀਂ ਸਿੰਪਲ ਪਹਿਲੇ ਦਾ ਆਨਸਰ ਲਿਖੋਗੇ ਕਹਿੰਦੇ ਸੈਟ ਆਫ ਮੰਥਸ ਆਫ ਈਅਰ ਸਾਨੂੰ ਪਤਾ ਵਾ ਮੰਥ ਆਫ ਈਅਰ ਜਿਹੜੇ ਆ ਉਹ 12 ਹੁੰਦੇ ਆ ਸੋ ਇਹਦਾ ਮਤਲਬ ਇਹ ਫਾਈਨਾਈਟ ਆ ਸਿੰਪਲੀ ਫਾਈਨਾਈਟ ਲਿਖ ਸਕਦੇ ਹਾਂ ਕਿਉਂਕਿ ਸਾਨੂੰ ਪਤਾ 12 ਮੰਥਸ ਹੁੰਦੇ ਆ मतलब 13 14 15 इधर करोड़ा पता नहीं ये नहीं कहेगा कि इनफाइनाइट सही गिन ही नहीं सकते सो ਅਸੀਂ ਇਹਨਾਂ ਨੂੰ ਗਿਣ ਸਕਦੇ ਹਾਂ 12 ਮੰਥ ਹੁੰਦੇ ਆ ਫਿਰ ਪਹਿਲਾ ਮੰਥ ਆ ਜਾਂਦਾ ਸੋ ਫਾਈਨਾਈਟ ਸੈਕੰਡ ਪਾਰਟ ਦੇਖੋ ਇਹ ਨੈਚੁਰਲ ਨੰਬਰ ਦਾ ਸੈਟ ਆ 1 2 ਜਿੱਥੇ ਡਾਟ 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 ਪਾਇਆ ਮਤਲਬ ਚੱਲੀ ਜਾਂਦਾ 1 2 3 4 5 6 7 8 9 10 11 12 1000 ਕਰੋੜ ਅਰਬ ਖਰਬ ਜਿੱਥੇ ਤੱਕ ਵੀ ਤੁਸੀਂ ਲੈ ਸਕਦੇ ਮਿਲੀਅਨ ਟ੍ਰਿਲੀਅਨ ਬਿਲੀਅਨ ਸੋ ਕਿਤੇ ਤੱਕ ਵੀ ਲਿਆ ਸਕਦੇ ਸੋ ਇਹ ਅਣਗਿਣਤ ਵਾ ਸੋ ਅਸੀਂ ਕਹਾਂਗੇ ਇਨਫਾਈਨਾਈਟ ਇਨਫਾਈਨਾਈਟ ਦਾ ਮਤਲਬ ਪੰਜਾਬੀ ਚ ਅਣਗਿਣਤ ਵੀ ਹੁੰਦਾ ਸੋ ਤੀਜੇ ਸਮ ਤੇ ਆ ਜਾਾਂਗੇ ਅਸੀਂ ਈਜ਼ੀਲੀ ਅਸੀਂ ਕਰਾਂਗੇ ਦੇਖੋ ਇਹ 1 2 3 ਇਹਦੇ ਵਿੱਚ ਬਿੰਦੀਆਂ ਬਿੰਦੀਆਂ ਪਾਈਆਂ ਹੋਈਆਂ ਇਹਦਾ ਮਤਲਬ ਆ ਚੱਲੀ ਜਾਣਾ 4 5 6 7 8 9 ਬਟ ਉਹਨਾਂ ਨੇ ਅੰਤ ਕਰਤਾ ਵਾ ਅੰਤ ਕਿੱਥੇ ਕੀਤਾ 100 ਤੇ ਇਹਦਾ ਮਤਲਬ ਇਹ 100 ਨੰਬਰ ਵਾ ਇਸ ਇਟ ਮੀਨਸ ਇਹ ਫਾਈਨਾਈਟ ਵਾ ਸੋ ਈਜ਼ੀਲੀ ਸਾਡਾ ਹੋ ਜਾਏਗਾ ਫੋਰਥ ਪਾਰਟ ਸਾਡੇ ਕੋਲ ਕਹਿੰਦਾ ਸੈਟ ਆਫ ਪੋਜ਼ਿਟਿਵ ਇੰਟੀਜਰ ਗ੍ਰੇਟਰ ਦੈਨ 100 देखो पॉजिटिव इंटीजर्स का मतलब मैं दस दवा मैं उदन भी दसिया सीगा पिछली वीडियोस दे विच इंटीजर्स च किहड़े हुंदे आ सारे नंबर 0 1 2 3 4 5 6 7 8 एंड सो ऑन ते सारे इन्हां दे नेगेटिव -2 -3 -4 एंड ਇਹਦਾ मतलब इनफाइनाइट नंबर बट वो कहंदा ग्रेटर दैन 100 देखो 100 तो वड्डे किहड़े नंबर होणगे 101 102 103 ਤੇ ਮੈਨੂੰ ਪਤਾ ਇਹ ਵੀ ਗਿਣਤੀ ਖਤਮ ਨਹੀਂ ਹੋਣੀ ਕਦੀ ਵੀ ਇਹ ਚੱਲੀ ਜਾਣੀ ਆ ਫਿਰ 1000 ਆ ਜਾਏਗਾ ਫਿਰ ਇਦਾਂ ਕਰਦੇ ਕਰਦੇ ਲੱਖ ਆ ਜਾਏਗਾ ਸੋ ਮੈਂ ਬਜ਼ੁਰਗ ਵੀ ਹੋ ਜਾਵਾਂ ਇਦਾਂ ਹੀ ਚੱਲੀ ਜਾਣੇ ਆ ਸੋ ਇਸ ਕਰਕੇ ਅਸੀਂ ਗਿਣ ਨਹੀਂ ਸਕਦੇ ਕਿੰਨੇ ਹੋਣਗੇ ਸੋ ਇਸ ਕਰਕੇ ਇਹ ਕਿੰਨੇ ਐਲੀਮੈਂਟ ਹੋਣਗੇ ਇਨਫਾਈਨਾਈਟ ਸੋ ਇਹ ਵੀ ਸਾਡਾ ਕਲੀਅਰ ਹੋ ਗਿਆ ਸੋ ਇਹ ਤੁਹਾਨੂੰ ਕਵਰ ਹੋਣਾ ਚਾਹੀਦਾ ਸਾਰਾ ਉਸ ਤੋਂ ਬਾਅਦ ਸਾਡੇ ਕੋਲ ਲਾਸਟ ਸਮ ਆ ਕਹਿੰਦੇ ਪ੍ਰਾਈਮ ਨੰਬਰ ਲੈਸ ਦੈਨ 99 देखो 99 तो लैस दैन नंबर गिने जा सकते हैं 2 पहला प्राइम होंदा फिर 3 होंदा वा फिर 5 फिर 7 फिर 11 फिर 13 17 19 23 29 31 37 30 41 43 47 50 9 आई थिंक 61 सो ये नंबर मैं ईजिली जिहड़ा वा वो 67 नहीं कदी आया उस तो बाद 71 नहीं कदी आया 73 नहीं आया कदी 79 83 80 4 5 6 7 8 9 89 भी वैसे कदी नहीं आया 93 97 सो ये ਜਿਹੜੇ ਨੰਬਰ ਆ ਗਿਣੇ ਜਾ ਸਕਦੇ ਆ 1 2 3 4 ਇਹ ਸਾਰੇ ਪ੍ਰਾਈਮ ਨੰਬਰ ਵਾ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ पर ਤੁਹਾਨੂੰ ਪਤਾ ਵਾ ਕਿ 99 ਤੱਕ ਵਾ ਉਸ ਤੋਂ ਛੋਟੇ ਛੋਟੇ ਵੈਸੇ ਹੀ ਸਾਨੂੰ ਪਤਾ ਇਹ ਤਾਂ ਪ੍ਰਾਈਮ ਨੰਬਰ ਵਾ ਪ੍ਰਾਈਮ ਨੰਬਰ ਤਾਂ ਉਦੋਂ ਵੀ ਘੱਟ ਹੁੰਦੇ ਆ ਸਾਨੂੰ ਤਾਂ ਪਤਾ ਵਾ 99 ਤੋਂ ਛੋਟੇ ਤਾਂ ਵੈਸੇ 98 ਨੰਬਰ ਹੁੰਦੇ ਆ ਸੋ ਗਿਣੇ ਜਾ ਸਕਦੇ ਆ ਸੋ ਈਜ਼ੀਲੀ ਸਾਡਾ ਇੱਥੇ ਕਿੰਨਾ ਆ ਜਾਏਗਾ ਫਾਈਨਾਈਟ ਆ ਜਾਏਗਾ ਸੋ ਇਹ ਸਾਡਾ ਫਾਈਨਾਈਟ ਆ ਜਾਏਗਾ ਸਿੰਪਲੀ ਸਾਡਾ ਇਸ ਤਰੀਕੇ ਨਾਲ ਇਹ ਸਮ ਵੀ ਜਿਹੜਾ ਕੰਪਲੀਟ ਹੋ ਜਾਏਗਾ ਤੁਹਾਨੂੰ ਕੋਈ ਰੀਜ਼ਨ ਦੱਸਣ ਦੀ ਲੋੜ ਨਹੀਂ ਹੈਗੀ ਸਿੰਪਲ ਫਾਈਨਾਈਟ ਤੇ ਇਨਫਾਈਨਾਈਟ ਬਾਰੇ ਦੱਸਣਾ ਸੀਗਾ ਇਹ ਸਾਡਾ ਸੈਕੰਡ ਸਮ ਸੀਗਾ ਆਓ ਅਸੀਂ ਕਰਦੇ ਹਾਂ ਥਰਡ ਸਮ ਸੋ ਥਰਡ ਸਮ ਦੇ ਵਿੱਚ ਵੀ ਅਸੀਂ ਕੀ ਦੱਸਣਾ ਵਾ ਸਟੇਟ ਵੈਦਰ ਫਾਈਨਾਈਟ ਔਰ ਇਨਫਾਈਨਾਈਟ ਸੋ ਕਹਿੰਦਾ ਸੈਟ ਆਫ ਲਾਈਨਸ ਵਿਚ ਆਰ ਪੈਰਲਲ ਟੂ ਐਕਸ ਐਕਸਿਸ ਦੇਖੋ ਜੇ ਤੁਸੀਂ
एक्स एक्सिस वाई एक्सिस, एक्स धुरा वाई धुरा पढ़िया वा, इनू एक्स एक्सिस कहते हैं, या एक्स धुरा पंजाबी च कहते हैं, इनू वाई एक्सिस कहते हैं। वो कहता कि एक्स एक्सिस के पैरलल लाइन, देखो आ एक्स एक्सिस है, ये पैरलल मैं बहुत सारिया लाइना मार सकता, 1 2 3 4 5, मैं सारा बोर्ड भर सकता, नीचे भी मार सकता पैरलल लाइन्स, बहुत ही करोड़ा लाइना मैं मार सकता। इस करके जो पहला आंसर साडा हो जाएगा वो इनफाइनाइट हो जाएगा, ईजीली, वेरी ईजी। सो मैं इनू रब कर देना। सो सिंपली असीं अगे चलते हैं। कहता सैट ऑफ लैटरस इंग्लिश अल्फाबैट, सानू पता इंग्लिश अल्फाबैट दे विच ABCDEFGH Z तक 26 अखर होंदे आ, 26 जिहड़े अखर होंदे, इस करके ये आंसर कितना होएगा, फाइनाइट होएगा। सो थर्ड कहता सैट ऑफ नंबर मल्टीपल ऑफ 5, 5 के पहाड़े ते जिहड़े टेबल आउंदे आ, या 5 के टेबल च जिहड़े मल्टीपल का मतलब होंदा 5, 5 के मल्टीपल मतलब 5 10 15 20 25 30 35 40 45 50, हाँ जिन्होंने टेबल 10 तक पढ़िया वो कहेंगे फिर 50 तक ही है, नहीं ये चली जाने हैं 55 60 65 70 75। सो ये कभी खत्म नहीं होने, मैं गिन नहीं सकता इन्हों। सो ईजीली सानू पता लग गया कि यदा आंसर भी की आएगा, इनफाइनाइट आएगा। सो ये इनफाइनाइट आ जाएगा। फोर्थ पार्ट साडे को आवांगे असीं, कहता सैट ऑफ एनीमल्स लिविंग ऑन ए अर्थ। देखो ये थोड़ा जिहा विवाद दे विच क्वेश्चन आ। देखो एनीमल्स जिन्ने भी होणगे शायद जे असीं पंगा लईए तां गिण सकते हैं, बट एडी वड्डी जगह वा, तुसीं इहनूं इनफाइनाइट भी कह सकते हैं, फाइनाइट भी। देखो जे तां इस टाइम जिहड़े जींदे आ जिन्ने एनीमल आ, तां ओबीअसली मैं वारी वारी जाऊँगा तो मैं गिण ही लऊँगा, बट की पता मैनूं एडी वड्डी दुनिया वा मैं जा सकां या ना जा सकां। सो कोई एडा मसला नहीं है। सो इदां दा क्वेश्चन वैसे बनना नहीं चाहिए, डिफाइंड होना चाहिए वा। सो इहनूं तुसीं इनफाइनाइट भी कह सकते हैं, फाइनाइट भी, बट मैनूं लगदा वा कि इनफाइनाइट आ, मैं अपनी जींदी जी मैं जे जिंदा रहूँगा जिन्ना तक मैं तो नहीं गिण सकता, क्योंकि पता नहीं किहड़े किहड़े रह जाने ना, मैं उन्होंने कट्ठे कट्ठे कर सकता किते ना वास्ता। सो ये नहीं हो सकते। सो ये थोड़ा जिहा विवाद का मुद्दा, इस करके मैं इनू इनफाइनाइट कहूँगा। कोई कह सकता हाँ जी गिण भी सकते हैं, गुरबाणी कहती है कि 84 लाख जूना वा। सो 84 लाख खत्म इन्ने एनीमल आ, बट 84 लाख जूना वा, बट एक टाइप का जिदा डॉग लै लें, डॉग ही किन्ने आ साडे कोल, किद्दां गिणांगे असीं, ठीक है ना। सो ये नहीं गिने जा सकते। सो इनफाइनाइट कहांगे। कहता सैट ऑफ सर्कल्स, एक सर्कल्स बनाने, देखो एक प्लेन होंदा वा, उत्ते जिन्ने मर्जी सर्कल बना लो, करोड़ा ही सर्कल बना सकते हैं असीं। सो ये गिणिया नहीं जा सकता, पर वो कहता कि जिहड़े ओरिजिन चों पास करते हो, ओरिजिन जिहड़ा पॉइंट होंदा, जे तुहानूं कोआर्डीनेट ज्योमैट्री पता वा, ते आ जिहड़ा पॉइंट होंदा वा, ये ओरिजिन होंदा वा 0,0। मैं ये विचों पास करते करोड़ा ही सर्कल बना सकता वा। देखो मैं बनाई जाना इदा करके, दूजा सर्कल, फिर तीजा सर्कल, इदा करके चौथा सर्कल, पंजवां सर्कल, इदा ਵਧਾਈ जाऊँगा। सो मैं इदा थले नूं भी बना सकता, 6वां सर्कल, 7वां सर्कल, मैं बहुत सारे सर्कल इदा बना सकता ਜਿਹੜੇ सेंटर चों पास करते हो। एक सर्कल बनाता, इधर नूं 2 बनाता, इधर नूं 3 बनाता, ये विचों पास होने चाहिए, ठीक है। ओरिजिन दे विचों पास करता एक सर्कल, एक, फिर इदा थोड़ा वड्डा कर दूंगा 2 सर्कल, ठीक है, 3 सर्कल, इदा ही करते करते मैं करोड़ा ही सर्कल बना सकता वा। इस करके ये जिहड़ा सैट भी होएगा, ये की होएगा, कहता सर्कल्स बनाने आ पासिंग थ्रू ओरिजिन। पासिंग का मतलब वो विचों निकलते होण, ओरिजिन दे विचों पास करते होण। आ वाला सर्कल जिहड़ा वा, जिहड़ा आ सर्कल है, ओरिजिन चों पास नहीं करता। सो ये नहीं गिणदे असीं, जिहड़े विचों कढ सकदे। सो आई थिंक क्लीयर हो जाएगा, ज़्यादा डीप नहीं जाना। सो साडे कोल इहदा आंसर आएगा इनफाइनाइट। सो ईजीली साडा ये भी सम जिहड़ा कंप्लीट हो गया। सो साडा थर्ड सम भी कंप्लीट। सो असीं जावांगे फोर्थ सम ते। कहता कि दसो ए बी दे बराबर हैगा कि नहीं। सो सिंपली गल आ, सिंपल असीं सिंपल एक लाइन लिखिया करांगे। देखो ये ए आ, ए ये भी हैगा, ये बी आ, बी ये भी हैगा, ये सी आ, सी ये भी हैगा वा, ये डी आ, डी ये भी हैगा, सारे एलीमेंट ये हैगे आ। सो जे असीं थोड़ा जिहा विजुअल क्लीयर कर लीए तो तुसीं देखोगे ए ये वा, ए ये भी हैगा वा, बी ये वा, बी ये भी हैगा वा, सी ये वा, ये भी हैगा वा। सो मैं लिखूंगा, मैं कहूँगा एवरी एलिमेंट ऑफ ए इज इन बी एंड एवरी एलिमेंट ऑफ बी इज इन ए। मतलब
हरेक ए का एलीमेंट बी च, हरेक बी का एलीमेंट ए च, इस करके मैं कहूँगा ए बराबर बी है। बाकी तुम लाइन याद कर सकते हैं तो लिख दो, जे रीजन क्या होया फिर तुम्हें लिखना पैना, इतने उन्होंने पूछा ही है। सो देखो 4 ये वा, 4 ये हैगा वा, 8 ये वा, 8 ये हैगा वा, 12 ये वा, पर 12 ये नहीं है। सो असीं कहांगे 12 जिहड़ा वा ए नूं बिलोंग करदा वा, बट जिहड़ा 12 वा बी दे विच नहीं हैगा। सो देख लो तुसीं 12, एक गलती लभ ली, 12 ये नहीं हैगा। सो असीं कहांगे ए जिहड़ा वा बी दे बराबर नहीं हैगा। जो असीं बराबर लिखते हैं इदा पाने हैं, जो नहीं करांगे तो उपर लाइन मार देंगे, तो मतलब नॉट बराबर। सो असीं कहांगे ए बी दे बराबर नहीं हैगा। थर्ड पार्ट साडे को ए हैगा वा 2 4 6 8 ते 10 चेक करना पऊगा, ये सैट बिल्डर फॉर्म दी है सानू। सो बी दे विच दिता वा एक्स, ओ वाले एक्स, एक्स इज ए पॉजिटिव। सो पॉजिटिव इन्होंने इंग्लिश दे विच लिखिया वा पॉजिटिव ईवन इंटीजर ते एंड एक्स लैस दैन 10। सो एक्स जिहड़ा वा वो साडे कोल, मैं नीचे लिख देना थोड़ा जिहा, एंड एक्स जिहड़ा वा वो लैस दैन इक्वल टू 10। सो ये तो सानू पता वा किहड़े एलीमेंट आ, इहदे विच सानू पता करना पैना। देखो एक्स एक पॉजिटिव इंटीजर, पॉजिटिव ईवन इंटीजर का मतलब होंदा वा, पॉजिटिव का मतलब पॉजिटिव वाले अखर 1 2 3 4, ईवन का मतलब 2 4 6 8 10। तो उन्हें कहा 10 का बराबर भी लेना, इतने इक्वल टू पाया हुआ वा। सो जो इक्वल टू पाया वा असी 10 भी लेना वा, इसका मतलब ये भी साढ़े को 2 4 6 8 ते 10 ही आता वा। सो इस करके असी ईजिली कह सकते हैं इत्थे कि एवरी एलीमेंट ऑफ ए इज अ मैंबर ऑफ बी एंड एवरी एलीमेंट ऑफ बी इज ए मैंबर ऑफ ए। लाइन लिखनी हो पेपर के अटैम्प्ट करने लिख सकते हैं, थोड़ी प्रेजेंटेशन वधिया कर ली। अदरवाइज ध्यान ना समझ लो, पॉजिटिव ईवन इंटीजर किहड़े हुंदे आ, जिहड़े 0 2 4 6 8 10 इदा चली जाना, 12 14 इधर -2 -4 -6 -8 सब ईवन इंटीजर होंगे आ। बट उन्हें पॉजिटिव कहा वा असीं आ सारे कट देने आ, साडे को कल्ले आ बच जाने आ 2 4 6 8 10 12 14 16। बट उन्हें कहा 10 तो छोटे भी आ, 10 तो छोटे का मतलब असीं 10 तक ही लेने आ। सो ईजिली साडे को सारे एलीमेंट जिहड़े वो आ जाने ये, तो इस करके ए बराबर ते बी हो गया। सो साडे को अगला जिहड़ा सम आ वो साडे को किहड़ा वा देख लईए असीं, मैं इत्थों कॉपी करके। सो साडे को फिफ्थ सम फोर्थ पार्ट है जिहड़ा असीं करांगे इत्थे। सो फोर्थ पार्ट ए साडे को की आ, कहते कि मल्टीपल ऑफ 10 आ। 10 का मल्टीपल का मतलब उसका टेबल, पहला 10 आ जाएगा, फिर 20 आ जाएगा, फिर 30 आ जाएगा, फिर 40 आ जाएगा, फिर 50 आ जाएगा। सो मल्टीपल का मतलब याद रखना 50 60 70 80 एंड सो ऑन, इदा ही चलता रहना वा। तो बी दे विच साडे को की दिता इन्होंने 10 15 20 25 30 35 एंड सो ऑन, इदा चली जाना। देखो सारे एलीमेंट ये नहीं है, देखो ये 15 आ, ये 15 हैगा वा, बट ये 15 किते भी नहीं हैगा। सो इसका मतलब ए बी के बराबर नहीं आना। एक गलती लभ गई, असी सिंपली कह देंगे ए जिहड़ा वा बी के बराबर नहीं है। सो आई थिंक क्लीयर हो गया होगा। ये साडा सीगा फोर्थ सम के चारे पार्ट असी जिहड़े आ वो डिस्कस कर लिया ईजीली। सो वीडियो साडी काफ़ी लंबी हो जाती है, बट आई थिंक बहुत डिटेल दे विच समझाया जा रहा। सो उस तो बाद कहता कि सवाल आ साडा, कहता आर द फॉलोइंग पेयर ऑफ इक्वल सैट्स, जिहड़े थल्ले पेयर दिते आ, पहला सम आर द फॉलोइंग विच जिहड़े नीचे सम दिते आ उन्हां दे पेयर दिते आ, एक ए दिता वा एक बी, दो चीज़ों का एक पेयर बन जाता वा। कहता ये सैट इक्वल वा कि नहीं। सो इक्वल दोने हैगे कि नहीं, वैरी वैरी इंपॉर्टेंट सम, मेरा फेवरेट सम आ ये। जे मैं पेपर दे विच पावां तो मैं बड़ा ये पेपर दे विच पाउंदा वा बच्चों नूं। तो साडे को पहला सम आ, कहता इक्वल हैगा कि नहीं। पहले दे विच इत्थे 2 ते 3 आ। उस तो बाद बी दे बारे गल करांगे। बी दे विच किहड़े एलीमेंट, कहता एक्स इज ए सॉल्यूशन ऑफ एक्स स्क्वेयर
प्लस 5x प्लस 6 इक्वल टू 0 आ एक इक्वेशन आ ਇਹਦਾ ਸੋਲੂਸ਼ਨ ਜਿਹੜਾ ਆਊਗਾ ਜੇ ਤੁਸੀਂ 10th ਜਮਾਤ ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਜਾਂ 2 ਘਾਤੀ ਸਮੀਕਰਨ ਪੰਜਾਬੀ ਦੇ ਵਿੱਚ ਜਿਹੜੇ ਪੜ੍ਹੇ ਆ ਬੱਚੇ ਇੰਗਲਿਸ਼ ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਉਹਨੂੰ ਸੋਲਵ ਕਰਨਾ ਜੇ ਤੁਹਾਨੂੰ ਆਉਂਦਾ ਵਾ ਤੁਸੀਂ ਇਹਨੂੰ ਪਹਿਲਾਂ ਸੋਲਵ ਕਰਨਾ ਵਾ ਤੁਸੀਂ ਕਹਿਣਾ x² plus 5x plus 6 equal to 0 ਤੁਹਾਡੇ ਕੋਲ ਇੱਕ ਫਾਰਮੂਲਾ ਹੁੰਦਾ ਸੀ ਇਸ ਤਰੀਕੇ ਨਾਲ ax² plus bx plus c equal to 0 ਇੱਥੇ ਸਾਡੇ ਕੋਲ a ਕਿੰਨਾ ਹੋ ਜਾਣਾ ਵਾ 1 b ਕਿੰਨਾ ਹੋ ਜਾਣਾ ਵਾ 5 c ਕਿੰਨਾ ਹੋ ਜਾਣਾ ਵਾ 6 ਸੋ ਸਾਡਾ ਪੰਜਾਬੀ ਦੇ ਵਿੱਚ ਤਾਂ ਅਸੀਂ 2 ਘਾਤੀ ਸਮੀਕਰਨ ਦੇ ਫਾਰਮੂਲੇ ਦੇ ਅਕੋਰਡਿੰਗਲੀ ਕਹਿੰਦੇ ਸੀਗੇ ਬਟ ਮੈਂ ਇੱਥੇ ਕਹੂੰਗਾ ਬਾਏ ਕਿਉਂਕਿ ਤੁਸੀਂ ਹੁਣ ਇੰਗਲਿਸ਼ ਪੜ੍ਹ ਰਹੇ ਆ ਕੁਆਡਰੇਟਿਕ ਫਾਰਮੂਲਾ ਬਾਏ ਕੁਆਡਰੇਟਿਕ ਫਾਰਮੂਲਾ ਅਸੀਂ ਕਵਾਂਗੇ x ਦੀ ਵੈਲਿਊ ਹੁੰਦੀ ਆ -b प्लस माइनस अंडर रूट b² -4ac बटा 2a सो वैल्यू फिल करूँगा b की वैल्यू कितनी है मेरे को 5 -5 प्लस माइनस अंडर रूट b कितना वा मेरे को 5 अगेन 5 का स्केयर -4 a कितना वा मेरे को 1 ते एंड c कितना वा मेरे को दैट इज 6 सो मैं सॉर्ट आउट करूँगा इनू अगे सॉल्व करूँगा तो ईजीली समझ आ जाएगा वैसे तुम इनू स्प्लिट करके भी कर सकते हैं बट मैं आ ईजीएस्ट मैथड करवाना ताकि तुहानू सॉल्व हो जाए 25 का स्केयर 25 6 नू 1 ना किया 6 6 4 या 24 सो तुहाडे को 24 आ जाएगा नीचे साडे को 2 1 या 2 आ जाएगा अगे सॉल्व करांगे तो साडे को -5 प्लस -25 जो 24 के 1 आ जाएगा तो सानू ईजीली इत्थों पता लग जाएगा कि 1 का अंडर रूट कितना हुंदा वा 1 ही सो प्लस -1 बाय 2 आ जाएगा सो साडे को x दियां दो वैल्यूज आ रही हैं इत्थे -5 प्लस 1 बाय 2 उस तो बाद -5 जो माइनस का नीचे वाला साइन लवांगे दोने माइनस दे आ जाए सो जो एक माइनस का होवे एक प्लस का होवे हमेशा माइनस करना वा एक माइनस का एक प्लस का 5 चो एक कटिया गया 5 चो 1 कटे गए 4 बट वड्डी रकम के मोहरे माइनस आ इत्थे माइनस आ जाएगा -4/2 जो दोने माइनस दे आ तां ਅਸੀਂ ਕਹਿੰਦੇ ਆ ਕਿ ਮਾਈਨਸ ਦਾ ਨਿਸ਼ਾਨ ਚੋਰ ਵਾ ਮਾਈਨਸ ਮਤਲਬ 5 ਚੋਰ ਤੇ 1 ਚੋਰ ਮਤਲਬ 6 ਚੋਰ ਇੰਗਲਿਸ਼ ਅਸੀਂ ਥੀਫ ਕਵਾਂਗੇ ਅਸੀਂ ਕਵਾਂਗੇ 5 ਥੀਫ ਤੇ 1 ਥੀਫ ਇਟ ਮੀਨਸ 6 ਥੀਫ 6 ਥੀਫ ਦਾ ਮਤਲਬ -6 ਥੀਫ ਦਾ ਮਤਲਬ ਮਾਈਨਸ ਲਾਉਣਾ ਅਸੀਂ ਸੋ ਅਸੀਂ ਕੈਨਸਲ ਕਰਾਂਗੇ ਸਾਡੇ ਕੋਲ ਕਿੰਨਾ ਆ ਜਾਏਗਾ -2 ਕੈਨਸਲ ਕਰਾਂਗੇ ਇੱਥੇ ਸਾਡੇ ਕੋਲ 3 ਆ ਜਾਏਗਾ ਸੋ ਸਾਡੇ ਕੋਲ x ਦੀਆਂ ਦੋ ਵੈਲਿਊ ਆ ਗਈਆਂ ਇੱਕ -2 ਇੱਕ -3 ਸੋ ਇਹਦਾ ਮਤਲਬ ਸਾਡੇ ਕੋਲ b ਦੇ ਵਿੱਚ x ਆਉਣਾ ਸੀਗਾ ਤੇ x ਦੀਆਂ ਕਿਹੜੀਆਂ ਵੈਲਿਊਜ਼ ਆਈਆਂ ਸਾਡੇ ਕੋਲ -2 ਤੇ -3 ਸੋ ਸਾਡੇ ਕੋਲ b ਦੇ ਵਿੱਚ ਕਿਹੜੇ ਐਲੀਮੈਂਟ ਆ ਜਾਣਗੇ -2 ਤੇ -3 ਕਿਉਂਕਿ ਇਹ ਸੋਲੂਸ਼ਨ ਆ ਸੋ ਇਹਦਾ ਮਤਲਬ a ਕਿੰਨਾ ਸੀਗਾ ਸਾਡੇ ਕੋਲ 2,3 ਸੋ ਇਹਦਾ ਮਤਲਬ ਸਿੰਪਲੀ ਦੇਖ ਸਕਦੇ ਆ ਕੋਈ ਐਲੀਮੈਂਟ ਬਰਾਬਰ ਨਹੀਂ ਹੈਗਾ ਅਸੀਂ ਕਹਾਂਗੇ a ਜਿਹੜਾ ਵਾ ਉਹ ਬਰਾਬਰ ਨਹੀਂ ਹੈਗਾ b ਸੋ ਇਹ ਸਾਡਾ ਪਹਿਲਾ ਪਾਰਟ ਸੀ ਬਹੁਤ ਹੀ ਵਧੀਆ ਸਮ ਉਸ ਤੋਂ ਬਾਅਦ 5th ਦਾ ਸੈਕੰਡ ਪਾਰਟ ਸੋ ਸੈਕੰਡ ਪਾर्ट साढ़े को आ जाएगा 5th का सैकंड पार्ट साढ़े को ए मैं डायरैक्टली लिखूंगा कहता एक्स दे विच फॉलो वाले एलीमेंट आने आ फॉलो LLOW देखो एक तो एफ आ जाएगा उस तो बाद ओ आ जाएगा रिपीट नहीं करना सी सैट दे विच रिपीट नहीं कर सकते एल 2 बारी आया एक बारी करांगे आ भी नहीं लिखांगे आ भी नहीं लिखांगे क्योंकि एक बारी लिखना सी सो देखो ये विच 4 एलीमेंट आ गए FOLW जो मैं बी की गल करूँगा बी दे विच किहड़े लैटर आ WOLF तुसीं सिंपली देखोगे आ एफ ये हैगी आ ओ ये हैगी आ L ये हैगी आ W ये हैगी आ सो सिंपली जिहड़ा वा ए बराबर सो इत्थे एक चीज़ लिखी आ तुसीं सिंपली इत्थे लिख सकते एड अप कर सकते हैं सिंपली मैं दस दवां तुहानूं उन्होंने तुहाडे नंबर कैंसल कर सकते इत्थे लिखा गिव रीजन सो असीं कहांगे एवरी एलीमेंट ऑफ आह रीजन असीं कहांगे हेयर एवरी एलीमेंट ऑफ ए इज अ मैंबर ऑफ बी एंड एवरी एलीमेंट ऑफ बी इज ए मैंबर ऑफ ए सो देयरफॉर ए बराबर बी सो ये वाली लाइन तुसीं सिंपली इत्थे भी एड अप कर सकते हैं सो जे आप इत्थों एड अप करिए तो तुसीं इत्थे ऐड कर सकते हैं कि एवरी हेयर भी
ਸੌਰੀ ਮੈਂ ਸਿੰਪਲ ਇੱਦਾਂ ਲਿਖ ਦਿੰਦਾ ਇੱਥੇ। ਸੋ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਐਵਰੀ ਐਲੀਮੈਂਟ ਆਫ ਏ is not a member of, ਪਹਿਲਾਂ ਆਹੀ ਗਲਤ ਹੋ ਗਿਆ, ਜਿਹੜਾ A ਦੇ ਵਿੱਚ 2 ਆ ਉਹ B ਦੇ ਵਿੱਚ ਹੈ ਹੀ ਨਹੀਂ, ਸੋ ਅੱਗੇ ਲਿਖਣ ਦੀ ਲੋੜ ਹੀ ਨਹੀਂ। ਸੋ ਦੇਅਰਫੋਰ ਅਸੀਂ ਕਹਿ ਦਾਂਗੇ A ਜਿਹੜਾ ਵਾ ਉਹ B ਦੇ ਬਰਾਬਰ ਨਹੀਂ ਹੈਗਾ। ਠੀਕ ਹੈ, ਜਾਂ ਤੁਸੀਂ ਇਹਦੀ ਜਗ੍ਹਾ ਲਿਖ ਸਕਦੇ ਆ ਕਿ ਇੱਥੇ 1 ਜਿਹੜਾ 2 ਆ ਉਹ A ਨੂੰ ਬਿਲੋਂਗ ਕਰਦਾ ਵਾ, ਬਟ 2 ਜਿਹੜਾ ਵਾ ਉਹ B ਨੂੰ ਬਿਲੋਂਗ ਨਹੀਂ ਕਰਦਾ। ਸੋ ਸਿੰਪਲੀ ਅਸੀਂ A ਨਾਟ ਇਕੁਅਲ ਟੂ ਲਿਖ ਸਕਦੇ ਹਾਂ। ਸੋ ਇਹ ਕੋਈ ਏਡਾ ਮਸਲਾ ਨਹੀਂ ਹੈਗਾ, ਸਿੰਪਲੀ ਤੁਹਾਡੇ ਕੋਲ ਹੋ ਜਾਏਗਾ 5th ਸਮ। ਗਿਵ ਰੀਜ਼ਨ ਤੇ ਤੁਹਾਡਾ ਨੰਬਰ ਹੁੰਦਾ ਵਾ, ਯਾਦ ਰੱਖਣਾ ਗਿਵ ਰੀਜ਼ਨ ਦੱਸਣਾ ਜ਼ਰੂਰੀ ਹੁੰਦਾ ਵਾ। ਸੋ ਸਾਡਾ ਲਾਸਟ ਸਮ ਇਸ ਐਕਸਰਸਾਈਜ਼ ਦਾ ਕਹਿੰਦਾ ਇਹਦੇ ਵਿੱਚੋਂ ਕਿਹੜੇ ਕਿਹੜੇ ਸੈੱਟ ਇਕੁਅਲ ਆ, ਬਸ ਇਹ ਦੱਸਣਾ ਵਾ। 1 ਮਿੰਟ ਦਾ ਸਮ ਆ ਸਾਡੇ ਕੋਲ। 6th ਸੋਲੂਸ਼ਨ ਦੇਖੋ 2 4 8 12 ਕਿਤੇ ਹੈਗਾ, 2 4 8 12 2 4 8 12 ਹੋਰ ਕਿਤੇ ਨਹੀਂ ਹੈਗਾ, ਇਹਦੇ ਵਿੱਚ ਵੀ ਨਹੀਂ ਹੈਗਾ, ਇਹਦੇ ਵਿੱਚ ਵੀ ਨਹੀਂ, ਇਹਦੇ ਵਿੱਚ 4 8 ਤਾਂ ਹੈਗਾ ਬਟ 2 8 ਸਾਰੇ ਐਲੀਮੈਂਟ ਹੋਣੇ ਚਾਹੀਦੇ। 2 4 8 12 ਕਿਤੇ ਨਹੀਂ ਹੈਗਾ, ਸੋ ਕੋਈ ਕਿਸੇ ਦੇ ਬਰਾਬਰ ਨਹੀਂ ਹੈਗਾ ਇਹ। ਉਸ ਤੋਂ ਬਾਅਦ B ਨੂੰ ਚੈੱਕ ਕਰ ਲੈਣੇ 1 2 3 4 1 2 3 4 ਆ ਦੇਖੋ 1 2 3 4। ਠੀਕ ਹੈ, ਸੋ ਇਹਦਾ ਮਤਲਬ B ਸੈੱਟ ਤੇ D ਸੈੱਟ ਬਰਾਬਰ ਵਾ। ਸੋ B ਸੈੱਟ ਜਿਹੜਾ ਵਾ ਉਹ D ਦੇ ਬਰਾਬਰ ਵਾ। ਉਸ ਤੋਂ ਬਾਅਦ ਹੋਰ ਕੀ ਯਾਦ ਕਰ ਸਕਦੇ, ਇੱਕ E ਸੈੱਟ ਦੇਖੋ -1 ਤੇ 1 ਆ, ਇਹਦੇ ਵਿੱਚ ਵੀ -1 ਤੇ 1 ਆ, ਸੋ ਇੱਕ E ਸੈੱਟ ਜਿਹੜਾ ਵਾ ਉਹ G ਦੇ ਬਰਾਬਰ। ਉਸ ਤੋਂ ਬਾਅਦ ਹੋਰ ਕੋਈ ਵੀ ਸੈੱਟ ਜਿਹੜਾ ਉਹ ਬਰਾਬਰ ਨਹੀਂ ਹੈਗਾ। ਸੋ ਇਹੀ ਸਾਡਾ ਆਨਸਰ। ਸੋ ਸਿੰਪਲ ਦੇਖ ਲਓ ਚੈੱਕ ਕਰਕੇ, ਕੋਈ ਵੀ ਇਹਦੇ ਵਿੱਚ 2 ਐਲੀਮੈਂਟ ਹੈਗੇ ਬਟ ਇਹ 0 ਤਾਂ ਹੈਗਾ, ਪਰ ਆ A ਆ ਆ 1 ਆ, ਸੋ 0 A ਹੀ ਹੋਣਾ ਚਾਹੀਦਾ ਸੀ। ਜੇ ਇੱਥੇ H ਦੇ ਵਿੱਚ 0, A ਹੁੰਦਾ ਤਾਂ ਫਿਰ ਓਕੇ ਸੀਗਾ, ਸੋ ਇੱਥੇ ਨਹੀਂ ਹੈਗਾ। ਸੋ ਸਿੰਪਲੀ ਸਾਡਾ ਜਿਹੜਾ ਵਾ ਇਹ ਜਿਹੜੀ ਐਕਸਰਸਾਈਜ਼ ਫਿਨਿਸ਼ ਹੋ ਗਈ ਆ। ਸੋ ਆਈ ਥਿੰਕ ਤੁਹਾਨੂੰ ਸਾਰੀ ਵੀਡੀਓ ਦੇਖ ਕੇ ਈਜ਼ੀਲੀ ਜਦੋਂ ਤੁਸੀਂ ਸਟੇਬਲ ਹੋ ਕੇ ਦੇਖੋਗੇ ਤੁਹਾਨੂੰ ਪੂਰੀ ਦੀ ਪੂਰੀ ਐਕਸਰਸਾਈਜ਼ ਸਮਝ ਆਏਗੀ। ਇਹਨੂੰ ਆਪਣੀਆਂ ਨੋਟਬੁੱਕਸ ਤੇ ਲਿਖ ਲਓ ਤਾਂ ਕਿ ਤੁਹਾਡਾ ਜਿਹੜਾ ਸਿਲੇਬਸ ਕਵਰ ਹੁੰਦਾ ਰਹੇ। ਕੱਲ ਨੂੰ ਨਵੀਂ ਵੀਡੀਓ ਲੈ ਕੇ ਅਸੀਂ ਅਗਲੀ ਐਕਸਰਸਾਈਜ਼ ਦੇ ਨਾਲ ਆਵਾਂਗੇ, ਜਾਂ ਮੇਬੀ ਸ਼ਾਮ ਤੱਕ ਹੀ ਮੈਂ ਅਪਲੋਡ ਕਰ ਦਵਾਂ। ਸੋ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।